ਅੱਜ ਆਪਾਂ ਸਟਾਰਟ ਕਰਾਂਗੇ ਫਲੂਇਡ ਮਕੈਨਿਕਸ। ਓਕੇ, ਤੁਹਾਡੇ ਐਗਜ਼ਾਮ ਲਈ ਇਹ ਕੁਝ ਇੰਪੋਰਟੈਂਟ ਟੌਪਿਕਸ ਹੈ ਜਿਹੜੇ ਆਪਾਂ ਮੇਨ ਕਵਰ ਕਰਨੇ। ਠੀਕ ਹੈ, ਦੇਖੋ ਜਿਹੜੀ ਆਪਣਾ ਫਲੂਇਡ ਮਕੈਨਿਕਸ ਹੈ ਉਵੇਂ ਤਾਂ ਬਹੁਤ ਵਾਸਟ ਹੈ, ਬਟ ਐਗਜ਼ਾਮ ਲਈ ਆਪਾਂ ਐਗਜ਼ਾਮ ਸਪੈਸੀਫਾਈਡ ਹੀ ਪੜਾਂਗੇ। ਤੇ ਆ ਕੁਝ ਟੌਪਿਕਸ ਹੈ: ਵਿਸਕੋਸਿਟੀ, ਸਰਫੇਸ ਟੈਂਸ਼ਨ, ਕੈਪਿਲਰੀ ਫਲੋ, ਲੈਮਿਨਾਰ, ਟਰਬੂਲੈਂਟ, ਬਰਨੌਲੀ। ਠੀਕ ਹੈ ਨਾ, ਇਹ ਸਭ ਟੌਪਿਕਸ ਜਿਹੜੇ ਆਪਾਂ ਕਵਰ ਕਰਨੇ ਆ। ਚਲੋ ਠੀਕ ਹੈ, ਅੱਜ ਜਿਹੜਾ ਆਪਣਾ ਪਹਿਲਾ ਟੌਪਿਕ ਹੋਊਗਾ ਸਾਡਾ ਵਿਸਕੋਸਿਟੀ ਆਫ ਫਲੂਇਡਸ। ਓਕੇ, ਆਵਾਜ਼ ਆ ਰਹੀ ਸਾਰਿਆਂ ਨੂੰ? ਪ੍ਰਦੀਪ? ਓਕੇ, ਠੀਕ ਹੈ। ਚਲੋ ਦੇਖੋ, ਪਹਿਲਾਂ ਤਾਂ ਫਲੂਇਡ ਮਕੈਨਿਕ ਸਟਾਰਟ ਕਰਨੇ ਤੋਂ ਪਹਿਲਾਂ व्हाट इज अ फ्लूइड ਆ ਥੋੜਾ ਡਿਸਕਸ ਕਰ ਲੈਂਦੇ हैं। ठीक है, एनी सब्सटेंस that flows continuously on application of shear force। देखो, ਜਿਹੜਾ ਫਲੂਇਡ ਹੈ ਇਹ ਆਪਣਾ ਕੋਈ ਲਿਕੁਇਡ ਵੀ ਹੋ ਸਕਦਾ, ਇਹ ਕੋਈ ਆਪਣੀ ਗੈਸ ਵੀ ਹੋ ਸਕਦੀ। ਪਰ ਫਲੂਇਡ ਦੀ ਇੱਕ ਗੱਲ ਪੱਕੀ ਹੈ ਕਿ ਫਲੂਇਡ ਜੇ ਉੱਤੇ ਹਲਕੀ ਜਿਹੀ ਵੀ ਸ਼ੀਅਰ ਫੋਰਸ ਲੱਗੂਗੀ ਤਾਂ ਉਹ ਫਲੋ ਕਰੂਗਾ ਹੀ ਕਰੂਗਾ। ठीक है, शुड वी मेक, बिल्कुल प्रदीप अपने लैंग्वेज बनाओ, ठीक है ना, छोटे छोटे नोट्स बनाओ और बहुत हेल्पफुल रहेंगे। बाकी जे ਇਹਦੇ ਨਾਲ ਪੂਰਾ ਲੈਕਚਰ ਕੰਪਲੀਟ ਹੋ ਜਾਊਗਾ, ਦੇਖੋ ਕਿ ਜੇ ਇਹੀ ਪੀਡੀਐਫ ਕਾਫੀ ਲੱਗ ਰਹੀ ਤਾਂ ਦੈਟ ਇਜ਼ ਇਨਫ, ਤਾਂ ਹੋਰ ਵਧੀਆ ਗੱਲ ਹੈ। ਤੇ ਇਟ ਇਜ਼ ਟੋਟਲੀ ਅਪ ਟੂ ਯੂ, ਨੋਟਸ ਬਣਾਣੇ ਨਹੀਂ ਬਣਾਣੇ ਉਹ ਤੁਸੀਂ ਦੇਖਣਾ। ਬਟ ਇਸ ਸਲਾਈਡ ਤੇ ਹੀ ਮੈਂ ਸਭ ਕੁਝ ਲਿਖ ਦਾਂਗਾ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਓਕੇ, ਦੇਖੋ ਫਲੂਇਡ ਕੀ ਹੈ, ਦੁਬਾਰਾ ਦੱਸ ਰਿਹਾ। ਫਲੂਇਡ ਉਹ ਸਬਸਟੈਂਸ ਹੈ ਜਿਹੜਾ ਹਲਕੀ ਜੀ ਫੋਰਸ ਲੱਗਣੇ ਤੇ, ਕਿਹੜੀ? ਸ਼ੀਅਰ ਫੋਰਸ। ਹੁਣ ਸ਼ੀਅਰ ਫੋਰਸ ਕਿਹੜੀ ਹੁੰਦੀ? ਹੁਣ ਦੇਖੋ, ਮੰਨ ਲਓ ਇੱਕ ਸਰਫੇਸ ਇਹ ਰਹੀ, ਇਹਦੇ ਉੱਤੇ ਦੂਸਰੀ ਸਰਫੇਸ ਲੱਗ ਗਈ, ਟੈਂਜੈਂਸ਼ੀਅਲ ਫੋਰਸ ਲੱਗੂਗੀ, ਇਹਨੂੰ ਕਹਿੰਦੇ ਆਪਾਂ ਸ਼ੀਅਰ ਫੋਰਸ। ਜੇ ਹਲਕੀ ਜੀ ਫਲੂਇਡ 'ਚ ਸ਼ੀਅਰ ਫੋਰਸ ਲੱਗੂਗੀ ਤਾਂ ਫਲੂਇਡ ਫਲੋ ਕਰੂਗਾ ਹੀ ਕਰੂਗਾ ਔਰ ਕੰਟੀਨਿਊਸਲੀ ਫਲੋ ਕਰੂਗਾ। ਦੇਖੋ ਸੋਲਿਡਸ ਤਾਂ ਕੀ ਦਿੱਕਤ ਆ ਸਕਦੀ? ਮੰਨ ਲਓ ਜੇ ਕੋਈ ਮੇਰੇ ਕੋਲ ਸੋਲਿਡ ਪਿਆ, ਸੋਲਿਡ ਦੇ ਉੱਤੇ ਮੈਂ ਫੋਰਸ ਲਾਈ ਤਾਂ ਹੋ ਸਕਦਾ ਸੋਲਿਡ ਡਿਫਾਰਮ ਕਰੇ ਜਾਂ ਨਾ ਕਰੇ। ਜੇ ਫੋਰਸ ਘੱਟ ਹੈ ਤੇ ਡਿਫਾਰਮ ਨਹੀਂ ਕਰੂਗਾ। ਬਟ ਜੇ ਮੰਨ ਲਓ ਫਲੂਇਡ ਦਾ ਹੋਇਆ ਐਲੀਮੈਂਟ, ਜੇ ਫਲੂਇਡ ਹੋਈ ਤੇ ਫਲੂਇਡ 'ਚ ਹਲਕੀ ਜੀ ਵੀ ਫੋਰਸ ਲੱਗੂਗੀ, ਛੋਟੀ ਤੋਂ ਛੋਟੀ ਫੋਰਸ, ਤਾਂ ਫਲੂਇਡ ਕੀ ਹੈ? ਡਿਫਾਰਮ ਕਰ ਜੂਗਾ, ਐਵੇਂ ਅੱਗੇ ਨੂੰ ਡਿਫਾਰਮ ਕਰ ਜੂਗਾ। ਠੀਕ ਹੈ, ਤੇ ਇਸ ਕਰਕੇ ਆਪਾਂ ਕਹਿੰਦੇ ਆ ਫਲੂਇਡ ਇਜ਼ ਐਨੀ ਸਬਸਟੈਂਸ ਜਿਹੜਾ ਕੰਟੀਨਿਊਸਲੀ ਫਲੋ ਕਰੂਗਾ ਛੋਟੀ ਤੋਂ ਛੋਟੀ ਸ਼ੀਅਰ ਫੋਰਸ ਲੱਗਣ ਤੇ। ਕਲੀਅਰ? ਹਰਜੋਤ, ਪ੍ਰਦੀਪ, ਸਾਰੇ ਨੂੰ ਕਲੀਅਰ ਹੈ? ਠੀਕ ਹੈ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਵਿਸਕੋਸਿਟੀ ਕੀ ਹੁੰਦੀ ਫਲੂਇਡ ਦੀ। ਠੀਕ ਹੈ, ਦੇਖੋ ਫਲੂਇਡ ਕਿਵੇਂ ਫਲੋ ਕਰਦਾ, ਕੋਈ ਵੀ ਜਿਹੜਾ ਫਲੂਇਡ ਫਲੋ ਕਰੂਗਾ ਉਹ 'ਚ ਬਹੁਤ ਸਾਰੀਆਂ ਲੇਅਰਸ ਹੋਣਗੀਆਂ। ਇਹ ਫਲੂਇਡ ਦੀਆਂ ਬਹੁਤ ਸਾਰੀ ਲੇਅਰਸ ਹੈ। ਹੁਣ ਇਹ ਲੇਅਰਸ ਜਿਹੜੀ ਮੰਨ ਲਓ ਇਹ ਲੇਅਰ ਫਸਟ ਹੈ, ਇਹ ਲੇਅਰ ਸੈਕੰਡ ਹੈ, ਇਹ ਦੋ ਲੇਅਰਸ ਜਿਹੜੀ ਨਾਲ ਨਾਲ ਹੈ, ਐਡਜਸੈਂਟ ਹੈ, ਇਹ ਇੱਕ ਦੂਸਰੇ ਨੂੰ ਫਲੋ ਕਰਨ ਵੇਲੇ ਕਿੰਨੀ ਰੈਜ਼ਿਸਟੈਂਸ ਦੇ ਰਹੀਆਂ? ਕਿਹੜੀ ਰੈਜ਼ਿਸਟੈਂਸ? ਇੰਟਰਨਲ ਰੈਜ਼ਿਸਟੈਂਸ। ਇੰਟਰਨਲ ਰੈਜ਼ਿਸਟੈਂਸ ਕਿੰਨੀ ਆਫਰ ਹੋ ਰਹੀ? ਇਹ ਲੇਅਰ ਇਸ ਲੇਅਰ ਤੇ ਕਿੰਨੀ ਰੈਜ਼ਿਸਟੈਂਸ ਲਾ ਰਹੀ? ਉਹ ਕੌਣ ਦੱਸੂਗਾ ਸਾਨੂੰ? ਵਿਸਕੋਸਿਟੀ। ਉਹ ਹੈ ਕਿਹਦੇ ਕਰਕੇ? ਹੈ ਵਿਸਕੋਸਿਟੀ ਕਰਕੇ। So viscosity is internal resistance offered by one layer to the adjacent layer। ਨਾਲ ਵਾਲੀ ਲੇਅਰ ਨੂੰ ਕਿੰਨੀ ਰੈਜ਼ਿਸਟੈਂਸ ਦੇ ਰਿਹਾ ਉਹ ਵਿਸਕੋਸਿਟੀ ਡਿਸਾਈਡ ਕਰੂਗੀ। ਓਕੇ,
देखो, विस्कोसिटी इज अ फ्लूइड प्रॉपर्टी दैट डिस्क्राइब्स द रेजिस्टेंस टू फ्लो और डिफॉर्मेशन व्हेन अ फोर्स इज अप्लाइड. In simpler terms, it is a measure of fluid's thickness or how easily it flows. ਦੇਖੋ, ਜੇ ਇੱਕ ਲੇਅਰ ਹੈ ਰਹੀ ਫਲੂਇਡ ਦੀ ਤੇ ਦੂਸਰੀ ਲੇਅਰ ਉਹਦੇ ਉੱਤੇ ਹੈ, ਜੇ ਇਹਨਾਂ 'ਚ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੈ, ਜੇ ਇਹਨਾਂ 'ਚ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੈ ਤਾਂ ਉੱਪਰ ਵਾਲੀ ਲੇਅਰ ਬਹੁਤ ਹੌਲੀ ਹੌਲੀ ਫਲੋ ਕਰੂਗੀ. ਯੈਸ, ਜਿਵੇਂ ਯਾਰ ਹਨੀ ਹੈ ਸਾਡੇ ਕੋਲ, ਹਨੀ ਔਰ ਵਾਟਰ, ਜੇ ਮੈਂ ਇੱਕ ਇੱਕ ਕੱਪ ਹਨੀ ਸਿੱਟੀ ਤੇ ਇੱਕ ਕੱਪ ਪਾਣੀ ਸਿੱਟਿਆ, ਕਿਹੜਾ ਜ਼ਿਆਦਾ ਫਲੋ ਕਰੂਗਾ? ਵਾਟਰ. ਹਨੀ ਕਿਉਂ ਨਹੀਂ ਕਰਿਆ? ਕਿਉਂਕਿ ਹਨੀ ਦੀ ਜਿਹੜੀ ਦੋ ਲੇਅਰਸ ਹੈ ਉਹ ਆਪਸ 'ਚ ਬਹੁਤ ਜ਼ਿਆਦਾ ਰੈਜ਼ਿਸਟੈਂਸ ਰੱਖ ਰਹੀਆਂ, ਉਹ ਆਪਸ 'ਚ ਬਹੁਤ ਜ਼ਿਆਦਾ ਰੈਜ਼ਿਸਟੈਂਸ ਰੱਖਣਗੇ ਜਿਹਦੇ ਕਰਕੇ ਉਹ ਫਲੋ ਨਹੀਂ ਕਰੇਗਾ, ਹੌਲੀ ਹੌਲੀ ਫਲੋ ਕਰੇਗਾ ਬਿਲਕੁਲ. Fluid with higher viscosity like honey are more resistant to deformation and flow slower than fluids with lower viscosity like water. Yes, प्रदीप उते भी आवांगे. What is the reason for viscosity? बिल्कुल सही गल है. देखो, ਜਿਹੜੀ ਆਪਣੀ ਵਿਸਕੋਸਿਟੀ ਹੈ, ਹੁਣ ਦੇਖੋ ਹੋ ਸਕਦਾ ਉਹ ਫਲੂਇਡ ਮੇਰਾ ਲਿਕੁਇਡ ਹੋਵੇ, ਹੋ ਸਕਦਾ ਉਹ ਫਲੂਇਡ ਮੇਰਾ ਗੈਸਿਸ ਹੋਣ. ਤੇ ਲਿਕੁਇਡ ਦੇ ਵਿੱਚ ਜਿਹੜਾ ਵਿਸਕੋਸਿਟੀ ਦਾ ਮੇਨ ਕਾਰਨ ਹੋਊਗਾ ਉਹ ਕੀ ਹੋਊਗਾ? ਇੰਟਰਮੋਲੀਕੂਲਰ ਫੋਰਸਿਸ. ਇੰਟਰਮੋਲੀਕੂਲਰ ਫੋਰਸਿਸ. ਤੇ ਗੈਸਿਸ ਦੇ ਵਿੱਚ ਕੀ ਹੋਊਗਾ? ਇਟ ਇਜ਼ ਰੈਂਡਮਨੈਸ और मॉलिक्यूलर मोमेंटम ट्रांसफर. मॉलिक्यूलर मोमेंटम ट्रांसफर. ਹੁਣ ਦੇਖੋ ਲਿਕੁਇਡ ਕੀ ਹੈ, ਦੇਖੋ ਲਿਕੁਇਡ ਦੀ ਇੱਕ ਲੇਅਰ ਆ ਰਹੀ ਤੇ ਇਹਦੇ ਅੰਦਰ ਛੋਟੇ ਛੋਟੇ ਮੋਲੀਕਿਊਲਸ ਹੈ, ਇਹ ਲਿਕੁਇਡ ਦੀ ਪਹਿਲੀ ਲੇਅਰ ਦੇ ਅੰਦਰ ਮੋਲੀਕਿਊਲਸ ਹੈ, ਤੇ ਥੱਲੇ ਵਾਲੀ ਲੇਅਰ ਰਹੀ ਐਡਜੈਸੈਂਟ ਲੇਅਰ, ਇਹਦੇ ਵਿੱਚ ਵੀ ਕੁਝ ਮੋਲੀਕਿਊਲਸ ਹੋਣਗੇ. ਹੁਣ ਕੀ ਇਹ ਮੋਲੀਕਿਊਲਸ, ਇਹ ਵਾਲਾ ਮੋਲੀਕਿਊਲ ਔਰ ਇਹ ਵਾਲਾ ਮੋਲੀਕਿਊਲ ਆਪਸ ਚ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ ਕਿ ਨਹੀਂ ਕਰਨਗੇ? ਬਿਲਕੁਲ ਕਰਨਗੇ. ਇਹ ਦੋਨੋਂ ਮੋਲੀਕਿਊਲਸ ਆਪਸ ਚ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ ਐਵੇਂ. ਤੇ ਜਦੋਂ ਇਹ ਮੋਲੀਕਿਊਲਸ ਇੱਕ ਦੂਸਰੇ ਨੂੰ ਅਟਰੈਕਟ ਕਰ ਰਹੇ ਤਾਂ ਇਹ ਫਲੋ ਕਰਨ ਦੇਣਗੇ ਉੱਪਰ ਵਾਲੀ ਲੇਅਰ ਨੂੰ ਆਸਾਨੀ ਨਾਲ? ਬਿਲਕੁਲ ਨਹੀਂ. ਤਾਂ ਇਹੀ ਇੱਕ ਰੀਜ਼ਨ ਹੋ ਗਿਆ ਸਾਡੇ ਕੋਲ ਵਿਸਕੋਸਿਟੀ ਦਾ, ਇਹੀ ਇੱਕ ਰੀਜ਼ਨ ਹੈ ਵਿਸਕੋਸਿਟੀ ਦਾ ਲਿਕੁਇਡ ਦੇ ਅੰਦਰ. ਬਟ ਗੈਸਿਸ ਚ ਜਿਹੜਾ ਰੀਜ਼ਨ ਹੈ ਵਿਸਕੋਸਿਟੀ ਦਾ ਉਹ ਥੋੜਾ ਡਿਫਰੈਂਟ ਹੈ. ਗੈਸਿਸ ਚ ਕੀ ਰੀਜ਼ਨ ਹੈ? ਜਿਹੜੀ ਰੈਂਡਮਨੈਸ, ਕਿਉਂਕਿ ਗੈਸਿਸ ਦੇ ਜਿਹੜੇ ਮੋਲੀਕਿਊਲਸ ਹੈ ਉਹ ਬਹੁਤ ਫ੍ਰੀਲੀ ਮੂਵ ਕਰਦੇ, ਠੀਕ ਹੈ, ਉਹ ਕੀ ਹੈ, ਬਹੁਤ ਫ੍ਰੀਲੀ ਮੂਵ ਕਰਦੇ, ਬਹੁਤ ਜ਼ਿਆਦਾ ਰੈਂਡਮ ਮੂਵ ਕਰਦੇ. ਇੱਕ ਪਾਰਟੀਕਲ ਫਲੋ ਕਰ ਰਿਹਾ ਸੀਗਾ, ਉਹਦੇ ਨਾਲ ਦੂਸਰਾ ਪਾਰਟੀਕਲ ਟਕਰਾਇਆ, ਇਹ ਪਾਰਟੀਕਲ ਵਾਪਸ ਚਲਾ ਗਿਆ. ਦੇਖੋ ਦਿੱਕਤ ਕਦੋਂ ਨਹੀਂ ਆਣੀ ਸੀਗੀ? ਜੇ ਇਹ ਪਾਰਟੀਕਲ ਸਿੱਧਾ ਨਿਕਲ ਜਾਂਦਾ, ਇੱਥੋਂ ਸਟਾਰਟ ਕੀਤੀ ਜਰਨੀ ਨੇ, ਇਹ ਬਿਲਕੁਲ ਸਿੱਧਾ ਨਿਕਲ ਗਿਆ. ਬਟ ਗੈਸਿਸ ਦਾ ਮੋਲੀਕਿਊਲ ਕਿਵੇਂ ਫਲੋ ਕਰਨਗੇ? ਰੈਂਡਮਨੈਸ ਐਵੇਂ, ਠੀਕ ਹੈ. ਤਾਂ ਜਿਹੜੀ ਜਿਵੇਂ ਹੁਣ ਇਹ ਗੈਸ ਹੈ, ਇਹ ਮੰਨ ਲਓ ਗੈਸ ਦੀ ਦੋ ਲੇਅਰਸ ਹੈ, ਹੁਣ ਇਹ ਚ ਮੋਲੀਕਿਊਲਸ ਕਿਵੇਂ ਟਰੈਵਲ ਕਰਨਗੇ? ਇਹ ਵਾਲਾ ਮੋਲੀਕਿਊਲ ਕਦੇ ਇੱਥੇ ਜਾ ਰਿਹਾ, ਫਿਰ ਕਦੀ ਇੱਥੇ ਆਊਗਾ, ਫਿਰ ਥੱਲੇ ਜਾ ਰਿਹਾ. ਤਾਂ ਇਹਨਾਂ ਚ ਬਹੁਤ ਜ਼ਿਆਦਾ ਰੈਂਡਮਨੈਸ ਹੈ ਜਿਹਦੇ ਕਰਕੇ ਫਲੋ ਆਸਾਨੀ ਨਾਲ ਨਹੀਂ ਹੋ ਪਾ ਰਿਹਾ. ਤੇ ਸਮਝ ਆਇਆ ਵਿਸਕੋਸਿਟੀ ਦਾ ਕੀ ਕਾਰਨ ਹੈ ਲਿਕੁਇਡ ਔਰ ਗੈਸਿਸ ਦੇ ਵਿੱਚ? ਇਹਨੂੰ ਆਪਾਂ ਕੀ ਕਹਿ ਸਕਦੇ? ਰੈਂਡਮਨੈਸ ਵੀ ਕਹਿ ਸਕਦੇ, ਤੇ ਕਿਸੇ ਕਿਸੇ ਐਗਜ਼ਾਮ 'ਚ ਲਿਖਿਆ ਹੁੰਦਾ ਮੋਲੀਕੂਲਰ ਮੋਮੈਂਟਮ ਟ੍ਰਾਂਸਫਰ. ਇਹ ਬੇਸਿਕਲੀ ਜਿਹੜਾ ਮੋਲੀਕਿਊਲ ਸੀਗਾ, ਦੇਖੋ ਮਾਸ m ਸੀਗਾ, ਇਹਦੀ ਕੁਝ ਵੈਲੋਸਿਟੀ ਸੀਗੀ, ਇਹ ਆਪਣਾ ਮੋਮੈਂਟਮ ਇਸ ਲੇਅਰ ਤੋਂ ਦੂਸਰੀ ਲੇਅਰ 'ਚ ਲੈ ਕੇ ਗਿਆ, ਇਹਨੇ ਮੋਮੈਂਟਮ ਟ੍ਰਾਂਸਫਰ ਕੀਤਾ, ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਮੋਲੀਕੂਲਰ ਮੋਮੈਂਟਮ ਟ੍ਰਾਂਸਫਰ. ਕਲੀਅਰ ਟੂ ਆਲ? ਜੇ ਇਹ ਕਲੀਅਰ ਹੈ ਤਾਂ ਅੱਗੇ ਚੱਲੀਏ. ਯੈਸ, ਓਕੇ. ਤੇ ਆਪਾਂ ਰੀਜ਼ਨ ਦੇਖ ਲਿਆ ਵਿਸਕੋਸਿਟੀ ਦਾ. ਤੇ ਯਾਦ ਰੱਖਣਾ ਵਿਸਕੋਸਿਟੀ ਕੁਆਂਟੀਫਾਈਜ਼ ਐਜ਼ ਦ ਇੰਟਰਨਲ ਫ੍ਰਿਕਸ਼ਨ ਫੋਰਸ. ਇਹ ਦੋ ਲੇਅਰਸ ਦੇ ਵਿੱਚ ਦੀ ਗੱਲ ਹੈ. ਯੈਸ, ਬਿਲਕੁਲ ਪ੍ਰਦੀਪ, ਲੇਅਰਸ ਆਰ ਇਨ ਰੈਂਡਮ ਮੋਸ਼ਨ. ਤੇ ਵਿਸਕੋਸਿਟੀ ਆਪਾਂ ਸਟਾਰਟਿੰਗ ਹੀ ਦੇਖ ਲਿਆ ਕੀ ਹੈ? ਇਟ ਇਜ਼ ਇੰਟਰਨਲ ਰੈਜ਼ਿਸਟੈਂਸ ਜਿਹੜੀ ਇੱਕ ਲੇਅਰ ਦੂਸਰੀ ਲੇਅਰ ਨੂੰ ਆਫਰ ਕਰ ਰਹੀ, that are in relative motion. देखो विस्कोसिटी ਨੂੰ
ਦੇਖਣੇ ਵਾਸਤੇ ਇੱਕ ਜਿਹੜੀ ਕੰਡੀਸ਼ਨ ਉਹ ਕੀ ਹੈ ਕਿ ਜਿਹੜਾ ਫਲੂਇਡ ਆ ਫਲੋ ਕਰਦਾ ਹੋਣਾ ਚਾਹੀਦਾ। ਸਟੈਟਿਕ ਫਲੂਇਡ ਜਿਹੜਾ ਸਟੇਸ਼ਨਰੀ ਫਲੂਇਡ ਹੈ ਉਹਦੇ ਅੰਦਰ ਤੁਸੀਂ ਵਿਸਕੋਸਿਟੀ ਨੂੰ ਮਹਿਸੂਸ ਨਹੀਂ ਕਰ ਪਾਓਗੇ। ਠੀਕ ਹੈ, ਹੁਣ ਜਿਵੇਂ ਮੰਨ ਲਓ ਇਹ ਬੋਟਲ ਹੈ, ਇਹਦੇ ਅੰਦਰ ਫਲੂਇਡ ਕੀ ਹੈ, ਰੈਸਟ ਤੇ ਹੈ, ਤਾਂ ਇਹਦੇ ਅੰਦਰ ਕੋਈ ਵੀ ਵਿਸਕੋਸਿਟੀ ਹਲੇ ਆਪਰੇਟ ਨਹੀਂ ਕਰ ਰਹੀ। ਠੀਕ, ਤੇ ਕੰਡੀਸ਼ਨ ਕੀ ਹੈ, देयर शुड बी अ रिलेटिव मोशन। ਇੱਕ ਲੇਅਰ ਮੂਵ ਕਰ ਰਹੀ ਕੁਝ ਵੈਲੋਸਿਟੀ ਨਾਲ ਤੇ ਉਹਦੇ ਥੱਲੇ ਵਾਲੀ ਲੇਅਰ ਵੀ ਕੁਝ ਮੂਵ ਕਰੂਗੀ, ਮੰਨ ਲਓ ਯੂ ਵੈਲੋਸਿਟੀ ਨਾਲ, ਤੇ ਆਪਸ ਉਹਨਾਂ ਦੇ ਕੁਝ ਵੈਲੋਸਿਟੀ ਹੋਣੀ ਚਾਹੀਦੀ, ਰਿਲੇਟਿਵ ਵੈਲੋਸਿਟੀ। ਓਕੇ, ਨੈਕਸਟ ਹੈ ਫੈਕਟਰਸ ਅਫੈਕਟਿੰਗ ਵਿਸਕੋਸਿਟੀ। ਹੁਣ ਵਿਸਕੋਸਿਟੀ ਕਿਹੜੀ ਕਿਹੜੀ ਚੀਜ਼ਾਂ ਨਾਲ ਚੇਂਜ ਹੁੰਦੀ ਹੈ। ਪਹਿਲਾ ਹੈ ਟੈਂਪਰੇਚਰ। Viscosity generally decreases as temperature increases for most of the fluids, meaning they flow more easily at higher temperature। ਹੁਣ ਦੇਖੋ ਚਲੋ ਇੱਥੇ ਬਣਾਉਂਦੇ ਆ, ਠੀਕ ਹੈ। ਦੇਖੋ ਇਹ ਵਿਸਕੋਸਿਟੀ ਹੈ ਮੰਨ ਲਓ, ਤੇ ਆ ਮੇਰਾ ਰਿਹਾ ਟੈਂਪਰੇਚਰ। ਹੁਣ ਜੇ ਮੈਂ ਲਿਕੁਇਡ ਦੀ ਗੱਲ ਕਰਾਂ, ਠੀਕ ਹੈ, ਲਿਕੁਇਡ ਚ ਕੀ ਸੀਗਾ ਰੀਜ਼ਨ ਵਿਸਕੋਸਿਟੀ ਦਾ, ਇਹ ਦੋ ਜਿਹੜੇ ਮੋਲੀਕਿਊਲਸ ਹੈ ਆਪਸ ਇੱਕ ਦੂਸਰੇ ਨੂੰ ਫੜ ਕੇ ਰੱਖਿਆ ਹੋਇਆ। ਪਰ ਜਿਵੇਂ ਮੈਂ ਇਹਨੂੰ ਟੈਂਪਰੇਚਰ ਵਧਾਵਾਂਗਾ, ਐਜ਼ ਆਈ ਵਿਲ ਇਨਕਰੀਜ਼ ਦਾ ਟੈਂਪਰੇਚਰ, ਕੀ ਹੋਊਗਾ, ਇਹ ਮੋਲੀਕਿਊਲ ਕੋਲ, ਇਸ ਮੋਲੀਕਿਊਲ ਬਹੁਤ ਜ਼ਿਆਦਾ એનર્ਜੀ ਆ ਗਈ, ਟੈਂਪਰੇਚਰ ਵਧਾਇਆ ਮੋਲੀਕਿਊਲ ਕੋਲ એનર્ਜੀ ਆ ਗਈ। ਹੁਣ ਮੋਲੀਕਿਊਲ ਕੀ ਕਹਿ ਰਿਹਾ ਕਿ ਮੈਂ ਜਿਹੜਾ ਇਹ ਬੌਂਡ ਸੀਗਾ ਇਹਨੂੰ ਆਸਾਨੀ ਨਾਲ ਤੋੜ ਕੇ ਮੈਂ ਅੱਗੇ ਜਾ ਸਕਦਾ, ਇਸ ਬੌਂਡ ਨੂੰ ਮੈਂ ਆਸਾਨੀ ਨਾਲ ਤੋੜ ਕੇ ਅੱਗੇ ਜਾ ਸਕਦਾ। ਠੀਕ, ਤਾਂ ਯਾਨੀ ਕਿ ਜੇ ਫਲੂਇਡ ਹੈ ਮੇਰੇ ਕੋਲ, ਇਹ ਫਲੂਇਡ ਦਾ ਕੇਸ ਸੀਗਾ ਸਾਡੇ ਕੋਲ, ਜੇ ਮੇਰੇ ਕੋਲ ਫਲੂਇਡ ਹੈ ਤੇ ਮੈਂ ਜੇ ਉੱਚ ਟੈਂਪਰੇਚਰ ਵਧਾ ਦੇਵਾਂ ਤਾਂ ਵਿਸਕੋਸਿਟੀ ਮੇਰੀ ਕੀ ਹੋ ਜਾਊਗੀ, ਘਟ ਜਾਊਗੀ। ਹੁਣ ਇਹ ਮੋਲੀਕਿਊਲ ਥੱਲੇ ਵਾਲਾ ਇਹਨੂੰ ਫੜ ਕੇ ਨਹੀਂ ਰੱਖ ਸਕਦਾ, ਇਹ ਵਾਲਾ ਮੋਲੀਕਿਊਲ ਇਸ ਮੋਲੀਕਿਊਲ ਨੂੰ ਫੜ ਕੇ ਨਹੀਂ ਰੱਖ ਪਾਊਗਾ, ਤੇ ਉੱਪਰ ਵਾਲਾ ਮੋਲੀਕਿਊਲ ਆਸਾਨੀ ਨਾਲ ਅੱਗੇ ਚੱਲ ਜਾਊਗਾ। ਓਕੇ, ਤੇ ਜੇ ਮੈਂ ਫਲੂਇਡ ਦੀ ਗੱਲ ਕਰਾਂ, ਲਿਕੁਇਡ ਦੀ ਗੱਲ ਕਰਾਂ, ਤੇ ਜਿਵੇਂ ਜਿਵੇਂ ਮੇਰਾ ਟੈਂਪਰੇਚਰ ਵਧੂਗਾ ਉਵੇਂ ਉਵੇਂ ਮੇਰੀ ਵਿਸਕੋਸਿਟੀ ਕੀ ਹੈ, ਘਟਦੀ ਜਾਊਗੀ। ਦਿਸ ਇਜ਼ ਦ ਕੇਸ ਫॉर ਲਿਕੁਇਡਸ। ਬਟ ਉਹੀ ਜੇ ਮੈਂ ਗੈਸਿਸ ਦੀ ਗੱਲ ਕਰਾਂ, ਗੈਸਿਸ ਦੇ ਅੰਦਰ ਕੀ ਹੋਊਗਾ, ਜਿਵੇਂ ਜਿਵੇਂ ਟੈਂਪਰੇਚਰ ਵਧਾਉਂਦੇ ਜਾਵਾਂਗੇ ਇਹ ਰੈਂਡਮਨੈਸ ਹੋਰ ਜ਼ਿਆਦਾ ਵੱਧ ਜਾਊਗੀ। ਹੁਣ ਇਹ ਮੋਲੀਕਿਊਲ ਸਾਰੇ ਰੈਂਡਮਲੀ ਮੂਵ ਕਰਨਗੇ, ਸਾਰੀ ਮੋਲੀਕਿਊਲ ਰੈਂਡਮਲੀ ਮੂਵ ਕਰਨਗੇ, ਤੇ ਵਿਸਕੋਸਿਟੀ ਤੇ ਕੀ ਫਰਕ ਪਊਗਾ। ਆਈ ਵਾਂਟ ਯੂਰ ਆਨਸਰ, ਤੁਸੀਂ ਦੱਸੋ ਕੀ ਹੋਊਗਾ, ਵਿਸਕੋਸਿਟੀ ਵਧਣੀ ਚਾਹੀਦੀ ਜਾਂ ਘਟਣੀ ਚਾਹੀਦੀ। ਯੈਸ, ਇਟ ਵਿਲ ਇਨਕਰੀਜ਼। ਵਿਸਕੋਸਿਟੀ ਗੈਸਿਸ ਚ ਕੀ ਕਰੂਗੀ, ਟੈਂਪਰੇਚਰ ਦੇ ਨਾਲ ਵਧੂਗੀ, ਤੇ ਗੈਸਿਸ ਦੇ ਵਿੱਚ ਇਟ ਵਿਲ ਇਨਕਰੀਜ਼। ਦੇਖੋ ਜਿਵੇਂ ਜਿਵੇਂ ਟੈਂਪਰੇਚਰ ਵੱਧ ਰਿਹਾ, ਲਿਕੁਇਡ ਚ ਵਿਸਕੋਸਿਟੀ ਘਟਦੀ ਜਾ ਰਹੀ, ਗੈਸਿਸ ਚ ਵੱਧਦੀ ਜਾ ਰਹੀ। ਕਲੀਅਰ। देखो नेक्स्ट आ गया मॉलिक्यूलर इंटरेक्शंस। स्ट्रॉन्गर इंटरमॉलिक्यूलर फोर्सेस लाइक हाइड्रोजन बॉन्ड और वैन डर वाल फोर्सेस बिटवीन फ्लूइड मॉलिक्यूल्स कैन इंक्रीज विस्कोसिटी। आप देख ही लिया। देखो ਇਹ ਦੋ ਮੋਲੀਕਿਊਲਸ ਦੇ ਵਿੱਚ ਜਿੰਨੀ ਜ਼ਿਆਦਾ ਬੌਂਡ ਹੋਊਗਾ ਜਾਂ ਜਿੰਨੀ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਹੋਊਗੀ ਉਨੀ ਹੀ ਜ਼ਿਆਦਾ ਕੀ ਹੋਊਗੀ, ਵਿਸਕੋਸਿਟੀ ਹੋਊਗੀ। ਉਨਾ ਹੀ ਥੱਲੇ ਵਾਲਾ ਮੋਲੀਕਿਊਲ ਉੱਤੇ ਵਾਲੇ ਮੋਲੀਕਿਊਲ ਨੂੰ ਰੋਕ ਸਕਦਾ। ਤੇ ਸਟਰੋਂਗਰ ਜੇ ਫੋਰਸ ਆਫ ਅਟਰੈਕਸ਼ਨ ਸਟਰੋਂਗ ਹੈ ਤਾਂ ਉੱਤੇ ਵਾਲੀ ਲੇਅਰ फ्रीली मूव नहीं कर सकती, यानी कि विस्कोसिटी ज्यादा है। ओके, नेक्स्ट इज मॉलिक्यूलर साइज एंड शेप। देखो लार्जर मोर कंपलैक्स मॉलिक्यूल्स इन्हां नाल की होगा, विस्कोसिटी बढ़ जाती। जो मॉलिक्यूलर साइज बहुत ज्यादा है, जो मॉलिक्यूलर साइज बहुत ज्यादा है तां भी विस्कोसिटी आप कह सकते हैं कि बहुत ज्यादा हो सकती। चलो ठीक है। देखो इन जनरल विस्कोसिटी डिपेंड्स अपॉन फ्लूइड स्टेट सच एट इट्स टेम्परेचर, टेम्परेचर की है, प्रेशर की है, रेट ऑफ डिफॉर्मेशन कितनी है। ठीक है, देखो फ्लूइड के अंदर डिफॉर्मेशन का कोई है ही नहीं कि डिफॉर्मेशन होगी कि नहीं होगी। जो हल्की जी फोर्स लगी डिफॉर्मेशन होगी, पर फ्लूइड जी साडी इंटरस्ट की गल बन जाती। देखो डिफॉर्मेशन है ही है फ्लूइड, इंटरस्ट की गल की है किस रेट नाल डिफॉर्म कर रहा, कितनी तेजी नाल डिफॉर्म कर रहा। ਤੇ ਫਲੂਇਡ ਦੇ ਵਿੱਚ ਆਪਾਂ ਇੱਕ ਗੱਲ ਬਾਰ-ਬਾਰ ਪੜਾਂਗੇ, ਰੇਟ ਆਫ ਡੀਫਾਰਮੇਸ਼ਨ। ਰੇਟ ਆਫ ਡੀਫਾਰਮੇਸ਼ਨ देखो the viscosity of a Newtonian fluid does not vary significantly with the rate of deformation।
For non-Newtonian fluids viscosity there are pseudoplastics, dilatants, rheopactic, बहुत अलग अलग तरह के ਸਾਡੇ ਕੋਲ नॉन न्यूटोनियन फ्लूइड्स है, थिक्सोट्रोपिक, रियोपैक्टिक। ओके, ਹੁਣ ਦੇਖੋ ਨਿਊਟੋਨੀਅਨ ਫਲੂਇਡ ਆਪਾਂ ਕਿਹਨਾਂ ਨੂੰ ਕਹਾਂਗੇ, ਵਿਚ ਆਰ ਨਿਊਟੋਨੀਅਨ ਫਲੂਇਡਸ। ਦੇਖੋ ਜਿਹੜੇ ਫਲੂਇਡ ਸਾਡਾ ਨਿਊਟਨਸ ਲਾਅ ਆਫ ਵਿਸਕੋਸਿਟੀ ਹੈ ਉਹਨੂੰ ਫੋਲੋ ਕਰਨਗੇ, ਉਹ ਵਾਲੇ ਫਲੂਇਡ ਜਿਹੜੇ ਨਿਊਟਨਸ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਕਰਨਗੇ, ਲਾਈਕ 에ਅਰ, ਵਾਟਰ, ਇਹ ਸਾਡੇ ਕੀ ਹੈ, ਸਾਡੇ ਨਿਊਟੋਨੀਅਨ ਫਲੂਇਡਸ ਹੈ। ਚਲੋ ਦੇਖੋ ਨਿਊਟਨਸ ਲਾਅ ਆਫ ਵਿਸਕੋਸਿਟੀ ਕੀ ਕਹਿੰਦਾ ਕਿ ਜਿਹੜਾ ਸ਼ੀਅਰ ਸਟ੍ਰੈਸ ਹੈ ਦੋ ਲੇਅਰਸ ਦੇ ਵਿੱਚ, ਜਿਹੜਾ ਸ਼ੀਅਰ ਸਟ੍ਰੈਸ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ du by dy और d थीटा बाय dt और d थीटा बाय dt। ਹੁਣ ਦੇਖੋ du by dy ਕੀ ਹੈ, ਇਹ ਹੈ velocity gradient in vertical direction, ਤੇ d थीटा बाय dt ਕੀ ਹੈ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਰੇਟ ਆਫ ਡਿਫਾਰਮੇਸ਼ਨ ਵੀ ਕਹਿ ਸਕਦੇ, ਰੇਟ ਆਫ ਡਿਫਾਰਮੇਸ਼ਨ। ਦੇਖੋ ਇਹ ਫਲੂਇਡ ਦੀ ਲੇਅਰ ਸੀਗੀ ਮੇਰੇ ਕੋਲ, ਠੀਕ ਹੈ, ਕੋਈ ਵੀ ਡਾਊਟ ਹੈ ਤੁਸੀਂ ਚੈਟ ਬਾਕਸ ਪੁੱਛ ਸਕਦੇ ਹੋ, because that is our only way of communication। ਓਕੇ, ਹੁਣ ਦੇਖੋ ਇਹ ਮੇਰਾ ਇੱਕ ਫਲੂਇਡ ਸੀਗਾ, ਇਹ ਹਾਲੇ ਸਟੇਸ਼ਨਰੀ ਹੈ, ਇਹ ਬਹੁਤ ਸਾਰੀ ਲੇਅਰਸ ਹੈ ਫਲੂਇਡ ਦੇ ਅੰਦਰ, ਤੇ ਮੈਂ ਇਸ ਲਾਈਨ ਦੇ ਅੰਦਰ ਜਿੰਨੇ ਵੀ ਮੋਲੀਕਿਊਲਸ ਹੈ 1 2 3 ਔਰ 4 ਇਹਨਾਂ 'ਚ ਇੰਟਰਸਟਿਡ ਹੈ, ਮੈਂ ਇਹਨਾਂ ਦੀ ਸਟੱਡੀ ਕਰਾਂਗਾ, ਠੀਕ ਹੈ। ਹੁਣ ਦੇਖੋ ਹਲਕਾ ਜਿਹਾ ਫਲੂਇਡ ਉੱਤੇ ਫੋਰਸ ਲਾਈ ਤੇ ਸਾਰੇ ਮੋਲੀਕਿਊਲਸ ਅੱਗੇ ਨੂੰ ਤੁਰ ਪਏ, 1 ਇੱਥੇ ਪਹੁੰਚ ਗਿਆ, 2 ਕੁਛ ਇੱਥੇ, 3 ਕੁਛ ਇੱਥੇ, ਤੇ 4 ਇੱਥੇ ਹੀ ਹੈ। ਐਂਡ देखो फोर्स लाए थे, हल्की जी डिफॉर्मेशन आ रही, पहले एमएससी के सारे मॉलिक्यूल हुण किवें हो गए एवें, ते दिस इज कॉल्ड थीटा, एक ही है डिफॉर्मेशन। बट आपां हुण थीटा च इंटरेस्टेड नहीं है, आपां किस च इंटरेस्टेड है, डी थीटा बाय dt। देखो जो फोर्स लगी ए वाली लेयर मूव कर रही v वेलोसिटी नाल, वेट देखो इस लेयर ਨੂੰ, दिस इज ए, दिस इज लेयर b, ठीक है। देखो b वाली लेयर मैं मान ਲੈਂਦਾ v वेलोसिटी ਨਾਲ मूव कर रही, ਤੇ ਉਹਦੇ ਉੱਤੇ ਵਾਲੀ ਲੇਅਰ ਹਲਕੀ ਜਿਹੀ ਜ਼ਿਆਦਾ ਵੈਲੋਸਿਟੀ ਨਾਲ ਮੂਵ ਕਰਦੀ ਹੋਊਗੀ, ਰਿਲੇਟਿਵ ਮੋਸ਼ਨ ਹੋਣੀ ਚਾਹੀਦੀ ਦੋਨਾਂ 'ਚ। ਇਹ ਮੰਨ ਲਓ v ਪਲੱਸ ਛੋਟਾ ਜਿਹਾ ਫਰਕ ਹੈ dv ਦਾ, ਇਹ v ਪਲੱਸ dv ਨਾਲ ਮੂਵ ਕਰ ਰਹੀ। ਹੁਣ ਮੰਨ ਲਓ ਇਹਨਾਂ ਦੋਨਾਂ ਲੇਅਰਸ ਦੇ ਵਿੱਚ ਫਰਕ ਕਿੰਨਾ ਹੈ, dy ਦਾ, ਫਰਕ ਕਿੰਨਾ ਹੈ dy ਦਾ, ਤਾਂ ਇਹਨਾਂ ਦੋਨਾਂ ਲੇਅਰਸ ਦੇ ਵਿੱਚ ਵੈਲੋਸਿਟੀ ਗ੍ਰੇਡੀਐਂਟ ਕਿੰਨਾ ਹੋਇਆ, ਉੱਪਰ ਵਾਲੀ ਡਾਇਰੈਕਸ਼ਨ 'ਚ। ਦੇਖੋ ਕਿੰਨਾ ਫਰਕ ਹੈ ਵੈਲੋਸਿਟੀ 'ਚ, ਇਸ ਲੇਅਰ ਔਰ ਇਸ ਲੇਅਰ 'ਚ dv ਦਾ, ਤੇ ਕਿੰਨੀ ਦੂਰੀ ਕਰਕੇ dy ਕਰਕੇ। ਇਹ ਹੈ ਸਾਡਾ ਵੈਲੋਸਿਟੀ ਗ੍ਰੇਡੀਐਂਟ ਇਨ ਦਾ ਵਰਟੀਕਲ ਡਾਇਰੈਕਸ਼ਨ। ਉੱਤੇ ਨੂੰ ਜਾਂਦੇ ਹੋਏ ਬੀ ਲੇਅਰ ਤੋਂ ਏ ਲੇਅਰ ਜਾਂਦੇ ਹੋਏ dy ਡਿਸਟੈਂਸ ਤੇ ਵੈਲੋਸਿਟੀ ਦਾ ਕਿੰਨਾ ਫਰਕ ਆਇਆ, dv ਦਾ। ਓਕੇ, ਤੇ ਮੇਰਾ ਨਿਊਟਨਸ ਲਾਅ ਆਫ ਵਿਸਕੋਸਿਟੀ ਕਹਿੰਦਾ ਕਿ ਜਿਹੜਾ ਮੇਰਾ ਸ਼ੀਅਰ ਸਟ੍ਰੈਸ ਹੈ ਦੋ ਲੇਅਰਸ ਦੇ ਵਿੱਚ, ਸ਼ੀਅਰ ਸਟ੍ਰੈਸ ਉਹ ਕਿਹਦੇ ਪ੍ਰੋਪੋਰਸ਼ਨਲ ਹੁੰਦਾ ਹੈ, d ਥੀਟਾ ਬਾय dt ਕਹਿ ਲਓ ਔਰ du by dy ਕਹਿ ਲਓ। ਤੇ ਹੁਣ ਪ੍ਰੋਪੋਰਸ਼ਨੈਲਿਟੀ ਹਟਾਣੇ ਵਾਸਤੇ ਆਪਾਂ ਇੱਕ ਕਾਂਸਟੈਂਟ ਪਾਉਂਦੇ ਆ ਇੱਥੇ। ਦੇਖੋ ਆਪਾਂ ਪੜਿਆ ਇਟ ਇਜ਼ du by dy, ਹੋਰ ਮੈਨੂੰ ਕੀ ਲਿਖ ਸਕਦਾ, ਪ੍ਰੋਪੋਰਸ਼ਨੈਲਿਟੀ ਹਟਾਣੇ ਵਾਸਤੇ ਇਕੁਅਲ ਟੂ ਕਰਾਂਗੇ mu du by dy, mu du by dy। ਇੱਥੇ ਇਹ mu ਕੀ ਹੈ, ਦਿਸ ਇਜ਼ ਕੋਐਫੀਸ਼ੀਐਂਟ ਆਫ viscosity, this is coefficient of viscosity, okay। ਤੇ ਕਿਹੜਾ ਡਾਇਨਾਮਿਕ, mu याद रखना, इन्हों की बोलते हैं म्यू, म्यू की है डायनेमिक कोएफिशिएंट ऑफ विस्कोसिटी। ਤੇ ਜਿਹੜੇ ਵੀ ਫਲੂਇਡਸ ਇਸ ਰਿਲੇਸ਼ਨਸ਼ਿਪ ਨੂੰ ਫੋਲੋ ਕਰਨਗੇ, ਜਿਹੜੇ ਵੀ ਫਲੂਇਡਸ ਇਸ ਰਿਲੇਸ਼ਨਸ਼ਿਪ ਨੂੰ ਫੋਲੋ ਕਰਨਗੇ ਉਹਨਾਂ ਨੂੰ ਆਪਾਂ ਕੀ ਕਹਾਂਗੇ, ਦੋਜ਼ ਆਰ ਨਿਊਟੋਨੀਅਨ ਫਲੂਇਡਸ, ਦੋਜ਼ ਆਰ ਨਿਊਟੋਨੀਅਨ ਫਲੂਇਡਸ। एग्जांपल की हो सकते अपने को, एयर, वाटर, कैरोसिन,
ਇਹ ਸਭ ਹੈ ਸਾਡੇ ਨਿਊਟੋਨੀਅਨ ਫਲੂਇਡਸ ਹੈ। ਹਾਂ ਬਿਲਕੁਲ ਪ੍ਰਦੀਪ, ਡੀ ਯੂ ਡੀ ਵੀ ਉਹ ਸੇਮ ਹੀ ਗੱਲ ਹੈ। ਉਹ ਜਸਟ ਇੱਥੇ ਨੂੰ ਯੂ ਕਰ ਲਓ, ਦਿਸ ਇਜ਼ ਯੂ, ਦਿਸ ਇਜ਼ ਯੂ ਪਲੱਸ ਡੀ ਯੂ। ਡੀ ਯੂ ਡੀ ਵੀ ਬੇਸਿਕਲੀ ਇਹ ਦੱਸ ਰਿਹਾ ਕਿ ਵੈਲੋਸਿਟੀ ਚ ਕਿੰਨਾ ਫਰਕ ਆਇਆ, ਉੱਤੇ ਨੂੰ ਜਾਂਦੇ ਹੋ ਵੈਲੋਸਿਟੀ ਚ ਕਿੰਨਾ ਫਰਕ ਆਇਆ। ਓਕੇ ਚਲੋ, ਜਿੱਥੇ ਟਾਓ ਕੀ ਹੈ ਦੇਖੋ, ਜਿਹੜਾ ਟਾਓ ਇਹ ਕੀ ਹੈ, ਸ਼ੀਅਰ ਸਟ੍ਰੈਸ, ਇਹ ਕੀ ਹੈ ਸ਼ੀਅਰ ਸਟ੍ਰੈਸ। ਤੇ ਮਿਊ ਕੀ ਸੀਗਾ ਸਾਡਾ, ਡਾਇਨਾਮਿਕ ਵਿਸਕੋਸਿਟੀ, ਤੇ ਡੀ ਯੂ ਬਾਈ ਡੀ ਵਾਈ ਆਪਾਂ ਦੇਖ ਲਿਆ ਕਿ ਵੈਲੋਸਿਟੀ ਗ੍ਰੇਡੀਐਂਟ ਹੈ, ਇਹ ਕੀ ਹੈ ਵੈਲੋਸਿਟੀ ਗ੍ਰੇਡੀਐਂਟ। या मैं की लिख सकता रेट ऑफ शेयर डिफॉर्मेशन, या मैं डी थीटा बाई डी टी लिख ला, या मैं डी वी बाय डी वाई लिख ला। देखो फ्लूइड जेडे इस रिलेशनशिप ਨੂੰ ਫੋਲੋ ਕਰਨਗੇ ਉਹ ਕੀ ਹੈ, ਨਿਊਟੋਨੀਅਨ ਫਲੂइड्स ਹੈ। ਕਲੀਅਰ ਇੱਥੋਂ ਤੱਕ? आई होप ਇੰਨਾ ਕਲੀਅਰ ਹੋਊਗਾ। देखो कितने भी डाउट आ रहा है पूछ लो, ठीक है ना? ओके ग्रेट। चलो देखो, जे मैं एक ग्राफ बनावा, ਇੱਥੇ मैं shear stress प्लॉट ਕੀਤਾ ਹੋਇਆ y ਤੇ ਥੱਲੇ ਮੈਂ velocity gradient प्लॉट ਕਰ ਰਿਹਾ, ਤੇ ਨਿਊਟੋਨੀਅਨ ਫਲੂਇਡ ਵਾਸਤੇ ਜਿਹੜੇ ਨਿਊਟੋਨੀਅਨ ਫਲੂਇਡਸ ਹੈ ਉਹਨਾਂ ਵਾਸਤੇ ਜਿਹੜੀ ਲਾਈਨ ਬਣੂਗੀ ਕਿੱਥੋਂ ਪਾਸ ਕਰੂਗੀ, ओरिजिन ਤੋਂ ਪਾਸ ਕਰੂਗੀ, ओरिजिन ਤੋਂ ਪਾਸ ਕਰੂਗੀ ਐਵੇਂ। these are newtonian fluids, these are newtonian fluids। ਤੇ ਬਾਕੀ ਕੁਝ ਹੋਰ ਨਾਨ ਨਿਊਟੋਨੀਅਨ ਫਲੂਇਡਸ ਹੈ ਉਹਨਾਂ ਬਾਰੇ ਵੀ ਲਿਖ ਲੈਂਦੇ ਆ, ਕਿਹੜੇ ਕਿਹੜੇ ਆ। these are dilatant, these are pseudo-plastic, ਇਹ ਯਾਦ ਰੱਖਣਾ। ਜਿਹੜੇ ओरिजिन ਤੋਂ ਸਟਾਰਟ ਹੋ ਰਹੇ ਨਾਨ ਨਿਊਟੋਨੀਅਨ, ਦੇਖੋ ਨਿਊਟੋਨੀਅਨ ਸਿਰਫ ਇਹ ਰਿਹਾ, ਰੁਕੋ ਮੈਂ ਇੱਕ ਹੋਰ ਕਲਰ ਇਸਤੇਮਾਲ ਕਰਦਾ ਇਹਦੇ ਵਾਸਤੇ। ਦੇਖੋ ਨਿਊਟੋਨੀਅਨ ਸਿਰਫ ਇਹ orange ਲਾਈਨ ਵਾਲੇ ਆ, ਜਿਹੜੇ ਇਸ ਰਿਲੇਸ਼ਨਸ਼ਿਪ ਨੂੰ ਫੋਲੋ ਕਰਨਗੇ ਉਹ ਮੇਰੇ ਨਿਊਟੋਨੀਅਨ ਫਲੂਇਡਸ ਹੈ। ਤੇ ਬਾਕੀ ਇੱਕ ਹੈ ਮੇਰੇ ਡਾਇਲੇਟੈਂਟ, ਇੱਕ ਹੈ ਮੇਰੇ ਸੂਡੋਪਲਾਸਟਿਕ। ਹੁਣ ਦੇਖੋ ਡਾਇਲੇਟੈਂਟ ਕਿਹੜੇ ਹੁੰਦੇ, ਇਹਨਾਂ ਨੂੰ ਆਪਾਂ ਸ਼ੀਅਰ ਥਿਕਨਿੰਗ ਵੀ ਕਹਿੰਦੇ। ਇਹ ਉਹ ਵਾਲੇ ਫਲੂਇਡਸ ਹੈ ਜੇ ਜਿਨ੍ਹਾਂ ਚ ਮੈਂ ਮੰਨ ਲਓ ਕੋਈ ਫਲੂਇਡ ਪਿਆ ਮੇਰੇ ਕੋਲ, ਜੇ ਮੈਂ ਉਹ ਚ ਚਮਚ ਫੇਰਨੇ ਦੀ ਟਰਾਈ ਕਰਾਂ ਤਾਂ ਉਹ ਕੀ ਹੋ ਜਾਣਗੇ, ਇੱਕਦਮ ਥਿਕ ਹੋ ਜਾਣਗੇ। ਉਹਨਾਂ ਦੀ ਜਿਹੜੀ ਐਪਰੈਂਟ ਵਿਸਕੋਸਿਟੀ ਹੈ, ਕਿਹੜੀ ਐਪਰੈਂਟ ਵਿਸਕੋਸਿਟੀ, ਇੱਕਦਮ ਵੱਧ ਜਾਊਗੀ। ਕੋਈ ਐਗਜ਼ਾਮਪਲ ਯਾਦ ਆ ਰਿਹਾ ਕਿਸੇ ਨੂੰ ਡਾਇਲੇਟੈਂਟ ਫਲੂਇਡ ਦਾ? देखो ये एग्जाम्पल है स्टार्च सोल्यूशन इन वाटर। जे मैं हल्की जी स्टार्च या कॉर्न सिरप लैके कॉर्न लैके कॉर्न फ्लोर ਨੂੰ ਪਾਣੀ ਚ ਮਿਲਾ ਕੇ ਉਹਨੂੰ ਮਿਕਸ ਕਰਨ ਦੀ ਟਰਾਈ ਕਰਾਂ ਤਾਂ ਇੱਕਦਮ ਕੀ ਹੋ ਜਾਊਗਾ, ਥਿਕ ਹੋ ਜਾਊਗਾ। ਉਹ ਇੱਕਦਮ ਕੀ ਹੋ ਜਾਊਗਾ, ਥਿਕ ਹੋ ਜਾਊਗਾ। ਤੇ ਜੇ ਮੈਂ ਉਹਨੂੰ ਛੱਡ ਦੇਵਾਂ ਤੇ ਉਹਦੇ ਬਾਅਦ ਕੀ ਹੈ, ਉਹ ਆਸਾਨੀ ਨਾਲ ਫਲੋ ਵੀ ਕਰ ਜਾਊਗਾ। ਤੇ ਯਾਨੀ ਕਿ ਜਿੰਨਾ ਜ਼ਿਆਦਾ ਮੈਂ ਉਹਦੇ ਅੰਦਰ ਸ਼ੀਅਰ ਸਟ੍ਰੈਸ ਕਰਾਂਗਾ, ਜਿੰਨਾ ਜ਼ਿਆਦਾ ਮੈਂ ਸ਼ੀਅਰ ਸਟ੍ਰੈਸ ਲਾਵਾਂਗਾ, ਉਨੀ ਜ਼ਿਆਦਾ ਉਹਦੀ ਐਪਰੈਂਟ ਵਿਸਕੋਸਿਟੀ ਵੱਧ ਜਾਊਗੀ। ਤੇ ਉਹ ਵਾਲੇ ਫਲੂਇਡ ਹੁੰਦੇ ਮੇਰੇ ਡਾਇਲੇਟੈਂਟ। ਇਹਦਾ ਐਗਜ਼ਾਮਪਲ ਵੀ ਇੱਥੇ ਲਿਖ ਲੈਂਦੇ ਆ। ਇਹਦਾ ਐਗਜ਼ਾਮਪਲ ਹੈ ਸਾਡੇ ਕੋਲ, ਇਹਨੂੰ ਓਬਲੇਕ ਵੀ ਕਹਿੰਦੇ, OBLEK, ਔਰ ਸਿੱਧਾ ਸਟਾਰਚ ਸੋਲੂਸ਼ਨ ਵੀ ਕਹਿ ਸਕਦੇ ਹੋ। स्टार्च सॉल्यूशन, ऑब्लेक और स्टार्च सॉल्यूशन। क्लियर? ਤੇ ਹੁਣ ਸਾਡੇ ਸੂਡੋਪਲਾਸਟਿਕ ਕਿਹੜੇ ਹੈ? ਸੂਡੋਪਲਾਸਟਿਕ ਹੈ ਸ਼ੀਅਰ ਥਿਨਿੰਗ। ਤੇ ਜਿਨ੍ਹਾਂ ਚ ਤੁਸੀਂ ਜੇ ਸ਼ੀਅਰ ਸਟ੍ਰੈਸ ਲਾਓਗੇ ਜਾਂ ਜਿਨ੍ਹਾਂ ਚ ਮੰਨ ਲਓ ਤੁਸੀਂ ਡਿਸਟਰਬ ਕਰੋਗੇ ਉਹਨੂੰ, ਚਮਚ ਫੇਰ ਰਿਹਾ ਮੈਂ ਕੰਟੇਨਰ ਦੇ ਅੰਦਰ, ਤੇ ਉਹ ਕੀ ਹੋ ਜਾਣਗੇ, ਹੋਰ ਜ਼ਿਆਦਾ ਪਤਲੇ ਹੋ ਜਾਣਗੇ, ਹੋਰ ਜ਼ਿਆਦਾ ਪਤਲੇ ਹੋ ਜਾਣਗੇ। ਹੁਣ ਤੁਸੀਂ ਵੇਰਕਾ ਦਾ ਐਗਜ਼ਾਮ ਦੇਣ ਜਾ ਰਹੇ ਹੋ, ਕਿਹੜਾ ਫਲੂਇਡ ਤੁਹਾਨੂੰ ਲੱਗਦਾ ਸਭ ਤੋਂ ਵਧੀਆ ਐਗਜ਼ਾਮਪਲ ਹੋਊਗਾ ਸੂਡੋਪਲਾਸਟਿਕ ਦਾ? रीजन फॉर दिस फिनोमिना, यस, मिल्क। सी प्रदीप, ਜਿਹੜੇ ਆਪਣੇ ਨਾਨ ਨਿਊਟੋਨੀਅਨ ਫਲੂਇਡਸ ਹੈ ਨਾ, ਇਹ ਕੁਝ ਹੋਰ ਲਾਅ ਨੂੰ ਫੋਲੋ ਕਰਨਗੇ। ਇਹ ਨਿਊਟੋਨੀਅਸ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਨਹੀਂ ਕਰਦੇ, ਦੇ ਫੋਲੋ ਪਾਵਰਸ ਲਾਅ।
they follow power law. Yes, milk is a good example of pseudoplastic. ਦੇਖੋ ਕਈ ਜਗ੍ਹਾ ਮਿਲਕ ਨੂੰ ਆਪਾਂ ਨਿਊਟੋਨੀਅਨ ਫਲੂਇਡ ਵੀ ਕੰਸੀਡਰ ਕਰ ਲੈਂਦੇ, ਬਟ ਐਕਚੁਅਲ ਚ ਫਲੂਇਡ ਕੀ ਹੈ ਸਾਡਾ ਸੂਡੋਪਲਾਸਟਿਕ ਹੈ, ਮਿਲਕ ਕੀ ਹੈ ਸਾਡਾ ਸੂਡੋਪਲਾਸਟਿਕ ਹੈ। ਹੈਲੋ ਸਰ। ਯੈਸ ਸਰ ਮਿਲਕ ਕਿਵੇਂ ਹੋ ਜਾਣਾ ਸਰ? ਮਿਲਕ ਤਾਂ ਆਲਰੇਡੀ ਆਪਾਂ ਉਹਨੂੰ ਮਤਲਬ ਜੇ ਹਿਲਾਈਏ ਕਿਸ ਚੀਜ਼ ਨਾਲ ਤਾਂ ਉਹ ਸੇਮ ਹੀ ਰਹਿੰਦੀ, ਉਸਦੀ ਡੈਂਸਿਟੀ ਜਾਂ ਮਤਲਬ ਕੁਝ ਉਹਦੇ ਯਾਰ ਇੰਪੈਕਟ ਤਾਂ ਪੈਂਦਾ ਨਹੀਂ। ਇਹਦਾ ਕੀ ਦੇਖੋ, ਮਿਲਕ ਪਿਆ ਪਿਆ ਥੋੜਾ ਗਾੜਾ ਹੋ ਜਾਂਦਾ, ਕਰੀਮ ਜੰਮ ਜਾਂਦੀ। ਅੱਛਾ, ਉਹ ਕਰੀਮ ਵਾਲਾ ਤਾਂ ਹਾਂਜੀ ਉਹ ਤਾਂ ਹੁੰਦਾ ਹੈਗਾ। ਓਕੇ Yes, ਓਕੇ, ਠੀਕ ਹੈ ਜੀ, ਠੀਕ। ਠੀਕ ਹੈ। ਤੇ ਬਾਕੀ ਸਾਡੇ ਫਲੂਇਡ ਹੈ, ਜਿਵੇਂ ਦੇਖੋ ਦੇਖੋ ਨਾਰਮਲੀ ਫਲੂਇਡ ਚ ਆਪਾਂ ਕੀ ਪੜਿਆ, ਜੇ ਹਲਕੀ ਜੀ ਵੀ ਸ਼ੀਅਰ ਫੋਰਸ ਲੱਗੀ ਤਾਂ ਫਲੂਇਡ ਫਲੋ ਕਰੂਗਾ, ਇਹ ਤਾਂ ਸਾਡਾ ਜਨਰਲ ਕੇਸ ਹੈ। ਬਟ ਕਈ ਫਲੂਇਡ ਇਦਾਂ ਦੇ ਵੀ ਹੈਗੇ ਜਿਹੜੇ ਹਲਕੀ ਜੀ ਫੋਰਸ ਨਾਲ ਮੂਵ ਨਹੀਂ ਕਰਦੇ, ਇੱਕ ਰਿਕੁਆਇਰਡ ਫੋਰਸ ਹੈ। ਦੇਖੋ ਇਹ ਜਿਹੜੀ ਡਿਸਟੈਂਸ ਹੈ ਨਾ, ਇਹ ਵਾਲਾ ਇਹ ਕੀ ਦੱਸ ਰਿਹਾ ਕਿ ਇੰਨੀ ਫੋਰਸ ਲਾਣੀ ਪਊਗੀ ਇਸ ਫਲੂਇਡ ਨੂੰ ਫਲੋ ਕਰਾਉਣੇ ਵਾਸਤੇ, ਇਸ ਫਲੂਇਡ ਨੂੰ ਫਲੋ ਕਰਾਉਣੇ ਵਾਸਤੇ। ਜੇ ਸਭ ਤੋਂ ਵਧੀਆ ਐਗਜ਼ਾਮਪਲ ਹੈ ਸਾਡਾ ਬਿੰਗਮ ਫਲੂਇਡਸ, ਬਿੰਗਮ ਫਲੂਇਡ ਜਾਂ ਬਿੰਗਮ ਪਲਾਸਟਿਕ। ਹੁਣ ਟੂਥਪੇਸਟ ਹੈ, ਟੂਥਪੇਸਟ ਦਾ ਜਿਵੇਂ ਢੱਕਣ ਖੋਲਦੇ, ਕਿਆ ਟੂਥਪੇਸਟ ਆਪਣੇ ਬਾਹਰ ਆ ਜਾਂਦਾ ਉੱਚੋਂ? ਨਹੀਂ ਨਾ, ਆਪਣੇ ਆਪ ਤਾਂ ਨਹੀਂ ਬਾਹਰ ਆਊਗਾ, ਤੁਹਾਨੂੰ ਟਿਊਬ ਨੂੰ ਦਬਾਉਣਾ ਪੈਂਦਾ। ਯਾਨੀ ਕਿ ਇੱਕ ਜਿਹੜਾ ਰਿਕੁਆਇਰਡ ਹੈ ਉਹ ਫੋਰਸ ਤੁਹਾਨੂੰ ਲਾਣੀ ਪਊਗੀ ਤਾਂ ਫਲੂਇਡ ਫਲੋ ਕਰੂਗਾ। ਤੇ ਇਹ ਗੱਲ ਉਹੀ ਦੱਸ ਰਿਹਾ, ਇਹ ਜਿਹੜਾ ਫਰਕ ਹੈ ਉਹੀ ਦੱਸ ਰਿਹਾ ਕਿ ਪਹਿਲਾਂ ਇੰਨੀ ਫੋਰਸ ਲਾਓਗੇ, ਇੰਨਾ ਯੀਲਡ ਸਟ੍ਰੈਸ ਲਾਓਗੇ ਤਾਂ ਫਲੂਇਡ ਅੱਗੇ ਫਲੋ ਕਰੂਗਾ। ਤੇ ਬਿੰਗਮ ਫਲੂਇਡ ਦਾ ਸਭ ਤੋਂ ਵਧੀਆ ਐਗਜ਼ਾਮਪਲ ਕਿਹੜਾ ਹੈ ਸਾਡਾ? ਟੂਥਪੇਸਟ। ਇਹ ਹੈ ਸਾਡਾ ਸਭ ਤੋਂ ਵਧੀਆ ਐਗਜ਼ਾਮਪਲ। ਪੇਂਟ, ਯਸ, ਦੇਖੋ ਜਿਹੜਾ ਪੇਂਟ ਹੈ ਸਾਡਾ ਉਹ ਹੈ ਸਾਡਾ ਰਿਓਪੈਕਟਿਕ। पेंट के साडा रियोपैक्टिक, पेंट हो गया, लिपस्टिक हो गया, ये साडे सारे रियोपैक्टिक आउंदे। ओके, यस, लिपस्टिक भी की है देखो टाइम दे नाल। देखो जो ए वाले फ्लूइड्स है ये बेसिकली की होंगे टाइम डिपेंडेंट फ्लूइड्स है। ए वाले रियोपैक्टिक और थिक्सोट्रॉपिक या टाइम डिपेंडेंट। वो लिपस्टिक बहुत समय तक पई पई की होए अपनी शेप छड़ देंदी है, फ्लो करन लग पऊगी टाइम दे नाल। यस, देखो लिपस्टिक भी की है, जब देखो कभी बहुत पुरानी लिपस्टिक कोई होवे तो वो भी थोड़ी जी अपनी शेप छड़ दूगी, वो थोड़ा फ्लो कर गई मतलब, तो वो आंदी साडी रियोपैक्टिक के अंदर। क्लियर? यस, कर सकते कंसिडर, पर बटर च बहुत ज्यादा टेंपरेचर का कंस्टेंट आ गया। यस बिल्कुल, बटर भी फ्लूइड है। यस बिल्कुल, बिल्कुल करूँ। यस, बटर विल ऑल्सो एक्ट एज ए फ्लूइड। बटर सॉलिड नहीं है ना, तो बहुत इजीली फ्लो कर जाता है बटर। ओके, चलो हूँ कुछ नॉन न्यूटोनियन और न्यूटोनियन फ्लूइड्स अंदर फर्क देखिए। न्यूटोनियन फ्लूइड्स इन्हें जी विस्कोसिटी है वो की रहूगी, कांस्टेंट रहूगी। विस्कोसिटी की है कांस्टेंट रहूगी। बट नॉन न्यूटोनियन आप देखा विस्कोसिटी वेरी करती शेयर रेट के नाल। जिन्ना ज्यादा शेयर रेट होगा उन्ना ज्यादा विस्कोसिटी बढ़ सकती या घट सकती। आप डायलेटेंट और सूडोप्लास्टिक च देखा। तो ਜਿਹੜੇ ਨਿਊਟੋਨੀਅਨ ਫਲੂਇਡ ਹੈ ਦੇ ਫੋਲੋ ਨਿਊਟਨਸ ਲਾਅ ਆਫ ਵਿਸਕੋਸਿਟੀ ਤੇ ਜਿਹੜੇ ਨॉन ਨਿਊਟੋਨੀਅਨ ਹੈ ਦੇ ਡੂ ਨਾਟ ਫੋਲੋ ਨਿਊਟਨਸ ਲਾਅ ਆਫ ਵਿਸਕੋਸਿਟੀ। एग्जाम्पल के हो गए वाटर, एयर। तो नॉन न्यूटोनियन एग्जाम्पल की है ब्लड, पेंट, कैचअप, बहुत सारे।
देखो विस्कोसिटी विद टेम्परेचर, ਜੇ ਲਿਕੁਇਡ ਦੀ ਗੱਲ ਕਰੀਏ ਆਪਾਂ ਦੇਖ ਚੁੱਕੇ देयर विस्कोसिटी डिक्रीजेस विद टेम्परेचर। ਉੱਥੇ ਗੈਸਿਸ ਦੀ ਗੱਲ ਕਰੀਏ ਰੈਂਡਮਨੈਸ ਕਰਕੇ ਉਹਨਾਂ ਦੀ ਵਿਸਕੋਸਿਟੀ ਕੀ ਹੈ, ਵੱਧ ਜਾਂਦੀ। ਵਿਸਕੋਸਿਟੀ ਇੰਕਰੀजेस ਵਿਦ टेम्परेचर। ਓਕੇ, ਦੇਖੋ ਇਹ ਗੱਲ ਹੋ ਰਹੀ ਹੈ ਡਾਇਨਾਮਿਕ ਵਿਸਕੋਸਿਟੀ ਦੀ। दिस इज फॉर डायनामिक विस्कोसिटी। ਸਾਡੇ ਕੋਲ ਇੱਕ ਹੋਰ ਵਿਸਕੋਸਿਟੀ ਆਊਗੀ ਕਾਇਨੇਮੈਟਿਕ ਵਿਸਕੋਸਿਟੀ। ਕਾਇਨੇਮਿਕ ਵਿਸਕੋਸਿਟੀ ਕੀ ਹੈ? ਪ੍ਰਦੀਪ ਟਾਈਮ ਦੇ ਨਾਲ ਬਲੱਡ ਕੀ ਹੈ, ਸੁੱਕ ਜੂਗਾ। ਬਟ ਕਿਆ ਪਾਣੀ ਟਾਈਮ ਦੇ ਨਾਲ ਕੋਈ ਅਲੱਗ ਵਿਸਕੋਸਿਟੀ ਦਿਖਾਊਗਾ? ਜੇ ਪਾਣੀ ਬਹੁਤ ਦੇਰ ਬਾਹਰ ਪਿਆ ਹੋਇਆ ਤਾਂ ਉਹਦੀ ਵਿਸਕੋਸਿਟੀ 'ਚ ਕੋਈ ਫਰਕ ਆਊਗਾ? यस, गॉट इट, ग्रेट। सी काइनेमेटिक विस्कोसिटी की है, काइनेमेटिक विस्कोसिटी इज डायनामिक विस्कोसिटी, डायनामिक विस्कोसिटी बाय डेंसिटी, बाय डेंसिटी, डायनामिक विस्कोसिटी बाय, वेट वेट वेट, it is dynamic viscosity by density। okay, देखो देखो डायनामिक विस्कोसिटी ਨੂੰ ਆਪਾਂ ਕੀ ਕਹਾਂਗੇ? ਐਬਸੋਲੂਟ ਵਿਸਕੋਸਿਟੀ ਵੀ ਕਿਹਾ ਜਾਂਦਾ ਹੈ। ਇਟ ਮੇਜਰ ਦ ਰੈਜ਼ਿਸਟੈਂਸ ਆਫ ਅ ਫਲੂਇਡ ਟੂ ਸ਼ੀਅਰ ਸਟ੍ਰੈਸ, ਮੀਨਿੰਗ ਦ ਫੋਰਸ ਰਿਕੁਆਇਰਡ ਟੂ ਕਾਜ਼ ਲੇਅਰ ਆਫ ਦ ਫਲੂਇਡ ਟੂ ਸਲਾਈਡ ਪਾਸਟ ਈਚ ਅਦਰ। ਇੱਕ ਦੂਸਰੇ ਉੱਤੇ ਫਲੋ ਕਰਨੇ ਵਾਸਤੇ ਵਿਸਕੋਸਿਟੀ ਡਿਸਾਈਡ ਕਰੂਗੀ। ਦੈਨ ਇਜ਼ ਕਾਇਨੇਮੈਟਿਕ ਵਿਸਕੋਸਿਟੀ, ਇਟ ਇਜ਼ ਦ ਡਾਇਨਾਮਿਕ ਵਿਸਕੋਸਿਟੀ ਡਿਵਾਈਡਡ ਬਾय ਦ ਫਲੂਇਡਸ ਡੈਂਸਿਟੀ। ਆਪਾਂ ਹੁਣੇ ਦੇਖਿਆ ਜਿਹੜਾ ਕਾਇਨੇਮੈਟਿਕ ਵਿਸਕੋਸਿਟੀ ਹੈ ਇਹਨੂੰ ਆਪਾਂ ਕਿਵੇਂ ਡੋਨੇਟ ਕਰਦੇ ਹਾਂ? ਨਿਊ ਨਾਲ। बोलते क्या है? न्यू। न्यू इज इक्वल टू एब्सोल्यूट विस्कोसिटी या डायनामिक विस्कोसिटी बटा डेंसिटी। ओके, देखो काइनेमेटिक विस्कोसिटी ਨੂੰ ਆਪਾਂ ਕਈ ਵਾਰ ਕੀ ਬੋਲਦੇ ਹਾਂ? ਆਲਸੋ ਕਾਲਡ मोमेंटम डिफ्यूजिविटी, डिफाइंड एज द रेशियो ऑफ डायनामिक विस्कोसिटी ओवर द डेंसिटी ऑफ फ्लूइड। क्लियर? चलो लेट्स सी कि टेंपरेचर ਦੇ ਨਾਲ गैसेस और लिक्विड ਦੇ ਵਿੱਚ काइनेमेटिक विस्कोसिटी ਕਿਵੇਂ ਵੇਰੀ ਕਰੂਗੀ। लिक्विड गैसेस, it is mu by rho, it is mu by rho। देखो टेम्परेचर जे ਵਧੂਗਾ, if temperature increases, if temperature increases, ਪਹਿਲਾਂ ਤਾਂ ਇਹ ਦੱਸੋ ਕਿ ਲਿਕੁਇਡ ਦੀ ਵਿਸਕੋਸਿਟੀ ਵਧੂਗੀ ਜਾਂ ਘਟੂਗੀ? ਇਟ ਵਿਲ ਡਿਕਰੀਜ਼। ਜਿਹੜਾ ਮਿਊ ਹੈ, ਮਿਊ ਕੀ ਹੈ ਸਾਡਾ? ਘਟ ਜਾਊਗਾ। ਮਿਊ ਹੈ ਸਾਡਾ ਘਟ ਗਿਆ। ਦੇਖੋ ਟੈਂਪਰੇਚਰ ਦੇ ਨਾਲ ਲਿਕੁਇਡ ਦੇ ਅੰਦਰ ਡੈਂਸਿਟੀ 'ਚ ਬਹੁਤ ਘੱਟ ਫਰਕ ਆਊਗਾ, ਬਹੁਤ ਹੀ ਨੈਗਲੀਜੀਬਲ ਫਰਕ ਆਊਗਾ, ਨੈਗਲੀਜੀਬਲ ਫਰਕ। ਤੇ ਓਵਰਆਲ ਮੈਂ ਕੀ ਕਹਿ ਸਕਦਾ ਕਿ ਕਾਇਨੇਮੈਟਿਕ ਵਿਸਕੋਸਿਟੀ ਵੀ ਕੀ ਕਰੂਗੀ? ਘਟ ਜੂਗੀ। ਓਕੇ, ਹੁਣ ਗੈਸਿਸ ਦੀ ਗੱਲ ਕਰੀਏ। ਦੇਖੋ ਗੈਸਿਸ 'ਚ ਜਿਵੇਂ ਜਿਵੇਂ ਟੈਂਪਰੇਚਰ ਵਧੂਗਾ डायनामिक विस्कोसिटी की ਵਧੂਗੀ ਜਾਂ ਘਟੂਗੀ? इट शुड इंक्रीज और डिक्रीज। यस, इट शुड इंक्रीज। देखो डायनामिक विस्कोसिटी बढ़ गई। व्हाट अबाउट डेंसिटी? देखो गैसेस ਦੀ ਜਿਵੇਂ ਜਿਵੇਂ ਟੈਂਪਰੇਚਰ ਵਧਾਵਾਂਗੇ ਤੇ ਡੈਂਸਿਟੀ ਕੀ ਹੈ? ਹੋਰ ਜ਼ਿਆਦਾ ਘਟ ਜਾਊਗੀ। ਡੈਂਸਿਟੀ ਘਟ ਗਈ ਤੇ ਓਵਰਆਲ ਵੈਲਿਊ ਕੀ ਹੋਊਗੀ? ਵਧੂਗੀ ਜਾਂ ਘਟੂਗੀ?
इंक्रीज हो सर। यस, दिस होल टर्म इट विल इंक्रीज, यानी कि काइनेमेटिक विस्कोसिटी ए की है वध जूगी। ਤੇ ਸੇਮ ਉਹੀ ਹੈ ਜਿਵੇਂ ਸਾਡਾ ਡਾਇਨਾਮਿਕ ਵਿਸਕੋਸਿਟੀ ਜਿਹੜਾ ਬਿਹੇਵੀਅਰ ਸ਼ੋ ਕਰਦਾ ਸੀਗਾ ਟੈਂਪਰੇਚਰ ਦੇ ਨਾਲ, ਕਾਈਨੇਮੈਟਿਕ ਵਿਸਕੋਸਿਟੀ ਵੀ ਉਹੀ ਵੇਰੀਏਸ਼ਨ ਸ਼ੋ ਕਰੂਗੀ। ਕਲੀਅਰ? ਤੇ ਜਿਹੜੀ ਸਾਡੀ ਕਾਈਨੇਮੈਟਿਕ ਵਿਸਕੋਸਿਟੀ ਹੈ ਇਹਦੇ ਯੂਨਿਟ ਯਾਦ ਰੱਖਣਾ, ਇਟ ਇਜ਼ ਮੀਟਰ ਸਕੁਅਰ ਪਰ ਸੈਕਿੰਡ। ਕਾਈਨੇਮੈਟਿਕ ਵਿਸਕੋਸਿਟੀ ਦੇ ਕੀ ਯੂਨਿਟਸ ਹੋਣਗੇ? ਮੀਟਰ ਸਕੁਅਰ ਪਰ ਸੈਕਿੰਡ ਹੋਣਗੇ, ਮੀਟਰ ਸਕੁਅਰ ਪਰ ਸੈਕਿੰਡ। ਓਕੇ, ਉੱਥੇ ਜੇ ਮੈਂ ਡਾਇਨਾਮਿਕ ਵਿਸਕੋਸਿਟੀ ਦੀ ਗੱਲ ਕਰਾਂ ਤੇ ਇਹਦੇ ਯੂਨਿਟਸ ਕੀ ਹੋਣਗੇ? ਨਿਊਟਨ ਸੈਕਿੰਡ ਪਰ ਮੀਟਰ ਸਕੁਅਰ ਜਾਂ ਪਾਸਕਲ ਸੈਕਿੰਡ, ਜਾਂ ਕੀ ਹੋਣਗੇ? ਦੇਖੋ ਨਿਊਟਨ ਪਰ ਮੀਟਰ ਸਕੁਅਰ ਕੀ ਹੁੰਦਾ? ਪਾਸਕਲ, ਤਾਂ ਇਹਨੂੰ ਪਾਸਕਲ ਲਿਖ ਲਿਆ, ਪਾਸਕਲ ਇਨਟੂ ਸੈਕਿੰਡ, ਜਾਂ ਪਾਸਕਲ ਸੈਕਿੰਡ ਵੀ ਹੋ ਸਕਦੇ। ਦੇਖੋ ਇਟ ਇਜ਼ ਪਾਸਕਲ ਸੈਕਿੰਡ ਜਾਂ ਨਿਊਟਨ ਸੈਕਿੰਡ ਪਰ ਮੀਟਰ ਸਕੁਅਰ। ਤੇ ਦੇਖੋ ਇਹ ਤਾਂ ਹੈ ਇਹਨਾਂ ਦੇ ਮੀਟਰ ਸਕੁਅਰ ਪਰ ਸੈਕਿੰਡ, ਇਹ ਹੈ ਇਹਨਾਂ ਦੇ ਐਸਆਈ ਯੂਨਿਟਸ, ਇਹ ਹੈ ਇਹਨਾਂ ਦੇ ਐਸਆਈ ਯੂਨਿਟਸ। ਜੇ ਸੀਜੀਐਸ ਯੂਨਿਟ ਦੀ ਗੱਲ ਕਰਾਂ, ਸੀਜੀਐਸ ਯੂਨਿਟਸ, ਸੀਜੀਐਸ ਮਤਲਬ ਕੀ ਹੈ? ਸੈਂਟੀਮੀਟਰ ਗ੍ਰਾਮ ਸੈਕਿੰਡ। ਜੇ ਉਹਨਾਂ 'ਚ ਗੱਲ ਕਰਾਂ ਮੈਂ ਯੂਨਿਟ ਸੀ, ਤੇ ਡਾਇਨਾਮਿਕ ਵਿਸਕੋਸਿਟੀ ਦਾ ਯੂਨਿਟ ਹੁੰਦਾ ਪੁਆਇਜ਼। ਡਾਇਨਾਮਿਕ ਵਿਸਕੋਸਿਟੀ ਦਾ ਯੂਨਿਟ ਕੀ ਹੈ? ਪੁਆਇਜ਼। ਤੇ ਇੱਕ ਪੁਆਇਜ਼ ਕਿਹਦੇ ਬਰਾਬਰ ਹੈ? 0.1 ਪਾਸਕਲ ਸੈਕਿੰਡ ਦੇ। ਕਈ ਵਾਰ ਆਪਸ਼ਨ ਸਿੱਧਾ ਹੀ ਪੁੱਛ ਲੂਗਾ ਕਿ 1 ਪਾਸਕਲ ਜਾਂ 1 ਪੁਆਇਜ਼ ਕਿਹਦੇ ਬਰਾਬਰ ਹੋਊਗਾ, ਤੇ 1 ਪੁਆਇਜ਼ ਇਜ਼ ਇਕੁਅਲ ਟੂ 0.1 ਪਾਸਕਲ ਸੈਕਿੰਡ। ਤੇ ਸਟ੍ਰੋਕਸ ਦੀ ਗੱਲ ਕੀਤੀ ਜਾਵੇ, ਸਟ੍ਰੋਕਸ ਕਿਹਦੇ ਸੀਜੀਐਸ ਯੂਨਿਟ ਹੈ? ਕਾਈਨੇਮੈਟਿਕ ਵਿਸਕੋਸਿਟੀ ਦੇ। ਦੇਖੋ ਡਾਇਨਾਮਿਕ ਦੇ ਕੀ ਸੀਗੇ? ਪੁਆਇਜ਼, ਤੇ ਕਾਈਨੇਮੈਟਿਕ ਦੇ ਸਟ੍ਰੋਕਸ। ਤੇ 1 ਸਟ੍ਰੋਕਸ ਇਜ਼ ਇਕੁਅਲ ਟੂ 10 ਰੇਜ਼ਡ ਪਾਵਰ -4 ਮੀਟਰ ਸਕੁਅਰ ਸੈਕਿੰਡ। ਹੁਣੇ ਆਪਾਂ ਦੇਖਿਆ ਸੀਗਾ ਕਿ ਕਾਈਨੇਮੈਟਿਕ ਵਿਸਕੋਸਿਟੀ ਦੇ ਯੂਨਿਟਸ ਕੀ ਸੀਗੇ? ਮੀਟਰ ਸਕੁਅਰ ਪਰ ਸੈਕਿੰਡ। ਓਕੇ, ਤੇ 1 ਸਟ੍ਰੋਕ is equal to 10 raised power -4 मीटर स्क्वायर सेकंड। ये है इधे सीजीएस यूनिट्स। ये याद रखना, 1 poise is 0.1 पास्कल सेकंड, 1 स्ट्रोक is equal to 10 raised power -4 मीटर स्क्वायर सेकंड। इथों तो क्लियर हो गए? क्लियर? चलिए अगे। ओके, ग्रेट। चलो लेट्स डू सम क्वेश्चंस। आज जो जो आप किया उन्होंने थोड़ा क्वेश्चन की फॉर्मेट च भी देख लिए। तो आंसर फर्स्ट क्वेश्चन, द एसआई यूनिट ऑफ डायनामिक विस्कोसिटी की सीगे? Why time is there in units? Okay, देखो ਇੱਥੇ ਆਪਾਂ ਜਦੋਂ ਡਾਇਨਾਮਿਕ ਵਿਸਕੋਸਿਟੀ ਪੜ੍ਹੀ ਸੀਗੀ, ਦੇਖੋ ਸ਼ੀਅਰ ਸਟ੍ਰੈਸ ਇਜ਼ ਇਕੁਅਲ ਟੂ ਮਿਊ du ਬਾਈ dy। du ਕੀ ਸੀਗਾ? ਵੈਲੋਸਿਟੀ। du ਕੀ ਸੀਗਾ? ਸਾਡਾ ਵੈਲੋਸਿਟੀ। ਇਹਦੇ ਯੂਨਿਟਸ ਕੀ ਹੋਣਗੇ? ਮੀਟਰ ਪਰ ਸੈਕਿੰਡ ਹੀ ਹੋਣਗੇ। ਤਾਂ ਇਹ ਸੈਕਿੰਡ ਸਾਡਾ ਫਾਈਨਲ ਰਿਜ਼ਲਟ ਚ ਆ ਰਿਹਾ। ਓਕੇ, ਗੁੱਡ ਗੁੱਡ। ਐਵੇਂ ਕੁਐਸਚਨ ਕਰਦੇ ਰਿਹਾ ਕਰੋ, कीप थिंकिंग। चलो द एसआई यूनिट्स ऑफ डायनामिक विस्कोसिटी ਕਿਹੜੇ ਆ? ਇਹਨਾਂ ਚ 4 ਆਪਸ਼ਨ ਹੈ। The SI units of dynamic viscosity are Pascal second or Newton second per meter square। ऑप्शन नंबर सी, बिल्कुल सही। चलो नेक्स्ट, अकॉर्डिंग टू न्यूटन्स लॉ ऑफ विस्कोसिटी। न्यूटन्स लॉ ऑफ विस्कोसिटी सारे ने देख लिया, टाउ इज इक्वल टू म्यू du बाय dy। According to Newton's law of viscosity, shear stress is proportional to,
shear stress किदे प्रोपोर्शनल ਸੀਗਾ d theta by dt और du by dy. yes, velocity gradient, option number C. Next, kinematic viscosity is defined as kinematic viscosity is defined as dynamic viscosity by density, option number B. So next, answer this one. With increase in temperature, the viscosity of a liquid should increase or should decrease, remain unchanged, first increase then decrease. Yes, good. Decrease. It should decrease. Great. Next, with increase in temperature, viscosity of a gas की करोगी? Yes, it should increase. So, which of the following is a non-Newtonian fluid? ब्लड. क्योंकि ब्लड की कहांगे क्यों नहीं है क्यों नहीं है न्यूटोनियन? क्योंकि ਇਹ न्यूटन्स लॉ ऑफ विस्कोसिटी ਨੂੰ ਫੋਲੋ ਹੀ ਨਹੀਂ ਕਰਦਾ. ਇਹ न्यूटन्स लॉ ऑफ विस्कोसिटी ਨੂੰ ਫੋਲੋ ਹੀ ਨਹੀਂ ਕਰੂਗਾ. ਦੇਖੋ ਜਿਹੜੇ ਨॉन न्यूटोनियन फ्लूइड्स ਹੁੰਦੇ, नॉन न्यूटोनियन फ्लूइड्स, ਦੇ ਫੋਲੋ ਪਾਵਰਸ ਲॉ. ਤੇ ਪਾਵਰ ਲॉ ਕੀ ਹੈ? ਕੁਝ ਐਵੇਂ ਦਾ ਹੈ, प्लस बी. नॉन न्यूटोनियन फ्लूइड्स इस लॉ ਨੂੰ ਫੋਲੋ ਕਰਨਗੇ. ओके, देखो विस्कोसिटी इज टिपिकली मेजर्ड यूजिंग अ मैनोमीटर, बैरोमीटर. देखो ये तो प्रेशर मेजरिंग डिवाइसेस हो गए. थर्मोकपल, दैट इज फॉर टेम्परेचर. की आंसर होगा साडे को विस्कोमीटर. नाम तो पता लग रहा विस्को. इट इज यूज्ड टू मेजर विस्कोसिटी. विस्कोसिटी इज मेजर्ड यूजिंग विस्कोमीटर. नेक्स्ट, देखो विस्कोसिटी इन लिक्विड्स इज प्राइमरली ड्यू टू, मेन रीजन फॉर विस्कोसिटी लिक्विड्स अंदर की सीगा? इंटरमॉलिक्यूलर कोहेजन. ये है. यस, बिल्कुल प्रदीप. Viscosity in liquids is primarily due to, what should be the answer? Intermolecular forces of cohesion. ठीक है. ਹੁਣ ਦੇਖੋ ਕੋहेजन और एडिशन में ਤੁਹਾਨੂੰ ਫਰਕ ਦੱਸਾਂ. ਮੰਨ ਲਓ ਇੱਥੇ ਇੱਕ ਮੋਲੀਕਿਊਲ ਪਿਆ ਹੋਇਆ ਵਾਟਰ ਦਾ ਤੇ ਇੱਥੇ ਪਿਆ ਹੋਇਆ ਮਰਕਰੀ. ਜੇ ਇਹ ਦੇਖੋ डिफरेंट मॉलिक्यूल्स है, दीज आर डिफरेंट मॉलिक्यूल्स. ਜੇ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ, ਜੇ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ, ਦੇਖੋ डिफरेंट मॉलिक्यूल्स ਵਾਲੇ ਜੇ ਇਹ ਅਟਰੈਕਟ ਕਰਨਗੇ ਤਾਂ ਆਪਾਂ ਕੀ ਕਹਾਂਗੇ? ਕੀ ਹੋ ਰਿਹਾ? ਐਡੀਸ਼ਨ ਹੋ ਰਹੀ. ਕੀ ਹੋ ਰਹੀ? ਐਡੀਸ਼ਨ. दो डिफरेंट चीजा या दो डिफरेंट मॉलिक्यूल्स आपस में अट्रैक्ट करेंगे, दैट इज कॉल्ड एडहीजन. हुण कोहेजन की है? देखो मान लो एक वाटर की ड्रॉप इत्थे पई हुई H2O ते लागे ही एक होर वाटर की ड्रॉप पई हुई H2O. कुछ टाइम बाद की होगा? ये दोनों आपस में जुड़ के एक वड्डी ड्रॉप बना देंगे. कुछ टाइम बाद दो लिक्विड ड्रॉप्स आपस जुड़ के अपने आप एक वड्डी ड्रॉप बना देंगे. ये क्यों होया? बिकॉज ये दोनों मॉलिक्यूल्स आपस एक दूसरे को अट्रैक्ट कर रहे हैं. हुण देखो दोनों सेम है, ए भी H2O है, ए भी H2O है. जे एक दूसरे को अट्रैक्ट कर रहे तो आप की कहांगे? दिस इज कोहेजन. जदों सेम सेम मॉलिक्यूल्स आपस में अट्रैक्ट करन उन्होंने की कहंदे? कोहेजन. जे डिफरेंट मॉलिक्यूल्स अट्रैक्ट करन उन्होंने की कहंदे? एडिशन. चलो, नाउ ट्राई टू आंसर दिस क्वेश्चन. द विस्कोसिटी इन लिक्विड, देखो यही सेम फ्लूइड दे दो मॉलिक्यूल्स है, जे ये आपस एक दूसरे को अट्रैक्ट करेंगे, दैट इज एग्जांपल ऑफ एडहीजन और कोहेजन. दैट इज एग्जांपल ऑफ कोहेजन. तो आंसर क्या होगा? इंटरमॉलिक्यूलर कोहेजन. नेक्स्ट,
if the velocity gradient between two fluid layers is doubled, then shear stress ਤੇ ਕੀ ਫਰਕ ਪਊਗਾ ਜੇ ਮੈਂ du by dy ਜਿਹੜਾ velocity gradient ਹੈ ਇਹਨੂੰ ਦੋ ਗੁਣਾ ਕਰ ਦੇਵਾਂ। ਜੇ ਇਹ ਟਰਮ ਦੋ ਗੁਣਾ ਹੋ ਗਈ into 2 ਹੋ ਗਈ ਤਾਂ shear stress ਵੀ ਕਿੰਨਾ ਹੋ ਜਾਊਗਾ, ਦੋ ਗੁਣਾ ਹੋ ਜਾਊਗਾ। it will also double up if the velocity gradient between two fluid layer is doubled, du by dy दो गुना हो गया। जे ए वैल्यू du by dy दो गुना हो गई तो shear stress भी कितना होगा, दो गुना हो जाएगा। बोलो इच कोई डाउट? ओके ग्रेट। 11th, a Newtonian fluid is defined as a fluid in which देखो न्यूटोनियन फ्लूइड ਦਾ ਆਪਾਂ एग्जांपल ਦੇਖਿਆ ਸੀਗਾ। न्यूटोनियन फ्लूइड की है एक स्ट्रेट लाइन है, देखो एरिया साडा वेलोसिटी ग्रेडियंट, एरिया साडा shear stress। a न्यूटोनियन फ्लूइड ਇਹ ਵਾਲੀ ਲਾਈਨ ਸੀਗੀ ਕਿਹਦੀ, न्यूटोनियन फ्लूइड ਦੀ। this is न्यूटोनियन फ्लूइड। shear stress is directly proportional to velocity gradient। shear stress is directly proportional to velocity gradient। ਆ ਦੇਖੋ टाउ डायरेक्टली प्रोपोर्शनल है du by dy ਦੇ। ਇਹ ਕਿਹੜਾ ਕੇਸ ਹੈ, ਨਿਊਟੋਨੀਅਨ ਫਲੂਇਡ ਦੇ ਕੇਸ। ਉਹ ਵਾਲੇ ਫਲੂਇਡ ਜਿਹੜੇ ਨਿਊਟਨਸ ਲਾਅ ਆਫ ਵਿਸਕੋਸਿਟੀ ਨੂੰ ਫੋਲੋ ਕਰਨਗੇ ਉਹਨਾਂ ਲਈ ਹੀ ਇਹ ਵੈਲਿਡ ਹੈ। ਇਹ ਗੱਲ ਆਈ ਸਮਝ? A Newtonian fluid is defined as fluid in which ਜਿਹੜਾ shear stress ਹੈ directly proportional ਹੋਵੇ velocity gradient ਤੇ। ਜਿਹੜਾ shear stress ਹੈ directly proportional ਹੈ velocity gradient ਤੇ। Next, in non-Newtonian fluid, the relationship between the shear stress and velocity gradient ਕਿਹੋ ਜਿਹਾ ਹੋਊਗਾ? देखो अपन देखे सीगे डाइलेटेंट सूडोप्लास्टिक। ਹੁਣ ਦੇਖੋ ਜਿਹੜੇ ਨਿਊਟੋਨੀਅਨ ਫਲੂਇਡਸ ਹੈ, ਨਿਊਟੋਨੀਅਨ ਫਲੂਇਡਸ ਉਹੀ ਸਿਰਫ ਲੀਨੀਅਰ ਰਿਲੇਸ਼ਨਸ਼ਿਪ ਦਿਖਾਉਂਦੇ ਸੀਗੇ, ਬਾਕੀ ਸਾਰੇ ਕੀ ਦਿਖਾਣਗੇ, ਯੈਸ ਨॉन ਲੀਨੀਅਰ। ਬਿਲਕੁਲ ਪ੍ਰਦੀਪ ਸਹੀ ਕਿਹਾ, ਨਾਟ ਅ ਸਟ੍ਰੇਟ ਲਾਈਨ, that is non-linear relationship होगा। Next, which of the following is the example of Newtonian fluid? देखो ये तो ਆਪਾਂ ਦੇਖ ले, blood, paint, toothpaste ਇਹ ਸਾਰੇ ਤਾਂ ਕੀ ਹੈ, ਨਿਊਟੋਨੀਅਨ ਨਹੀਂ ਹੈ। ਇਹ ਸਾਰੇ ਤਾਂ ਕੀ ਹੈ, ਨਿਊਟੋਨੀਅਨ ਨਹੀਂ ਹੈ, ਨॉन ਨਿਊਟੋਨੀਅਨ ਹੈ ਸਾਡੇ ਕੋਲ। this and this they are non Newtonian fluids। ਬਚਿਆ ਕੀ ਸਾਡੇ ਕੋਲ, water। water is the example of Newtonian fluids। चलो ये देखो, which type of fluid show a decrease in viscosity over time under constant shear stress, under constant shear rate? Thixotropic। okay, so printing ink, ketchup, these all are examples of thixotropic fluid। चलो, a Bingham plastic behaves like, a Bingham plastic behaves like, देखो a solid until a yield stress is exceeded। देखो एक बिल्कुल, देखो अपने को टूथपेस्ट है, टूथपेस्ट से मैं ढक्कन खोल देता तो की फ्लूइड अपने आप फ्लो करूंगा नहीं, ਜਦੋਂ ਤੱਕ ਮੈਂ ਇੱਕ ਰਿਜ਼ਾਇਰਡ, ਯੈਸ ਦੇਖੋ ਕੀ ਹੈ, ਮੈਂ ਉਹੀ ਕਹਿ ਰਿਹਾ। ਬਿੰਗਮ ਫਲੂਇਡ 'ਚ ਆਪਾਂ ਕੀ ਦੇਖਿਆ ਸੀਗਾ, ਬਿੰਗਮ ਫਲੂਇਡ ਕੁਝ ਐਵੇਂ ਦੇ ਸੀਗੇ, ਜਦੋਂ ਤੱਕ a ਵਾਲੀ ਵੈਲਿਊ, ਠੀਕ ਹੈ ਨਾ, this distance let's say this is x, ਇਹ ਕੀ ਹੈ, yield stress
ਦੇਖੋ ਇਹ ਫਲੂਇਡ ਉਹ ਹੈ ਜਿਹੜੇ ਜਦੋਂ ਤੱਕ ਇਸ ਅਮਾਉਂਟ ਦਾ ਸਟ੍ਰੈਸ ਨਹੀਂ ਲੱਗ ਜਾਊਗਾ ਉਹ ਫਲੋ ਕਰਨਗੇ ਹੀ ਨਹੀਂ। ਦੇ ਵਿਲ ਐਕਟ ਐਜ਼ ਸੋਲਿਡਸ। ਜਿਹੜਾ ਆਪਣੇ ਕੋਲ ਟੂਥਪੇਸਟ ਹੈ ਉਹ ਢੱਕਣ ਖੋਲਦੀ ਬਾਹਰ ਨਹੀਂ ਆ ਜਾਂਦਾ, ਇਟ ਵਿਲ ਐਕਟ ਐਜ਼ ਸੋਲਿਡ। ਜਦੋਂ ਤੱਕ, ਕਦੋਂ ਤੱਕ ਸੋਲਿਡ ਐਕਟ ਕਰੂਗਾ? ਜਦੋਂ ਤੱਕ ਮੈਂ ਉਸ ਟਿਊਬ ਨੂੰ ਦਬਾ ਨਹੀਂ ਰਿਹਾ। ਦਬਾਉਣ ਨਾਲ ਕੀ ਹੈ, ਮੈਂ ਉਹਦੇ ਅੰਦਰ ਕੀ ਲਾ ਰਿਹਾ? ਸਟ੍ਰੈਸ ਜਨਰੇਟ ਕਰ ਰਿਹਾ। ਓਕੇ, ਸੋ ਦੇ ਐਕਟ ਐਜ਼ ਸੋਲਿਡ ਅੰਟਿਲ ਇੱਕ ਯੀਲਡ ਸਟ੍ਰੈਸ ਐਕਸੀਡ ਨਹੀਂ ਹੋ ਜਾਂਦਾ। ਜਦੋਂ ਤੱਕ ਇਹ ਵੈਲਿਊ ਤੋਂ ਉੱਤੇ ਨਹੀਂ ਚਲਾ ਜਾਗਾ ਮੈਂ, ਤਦੋਂ ਤੱਕ ਉਹ ਫਲੋ ਹੀ ਨਹੀਂ ਕਰੂਗਾ। ਕਲੀਅਰ? ਚਲੋ, on a log plot of shear stress versus shear rate, a straight line with slope 1 indicates। देखो एक ही कह रहा है, ਜੇ ਮੈਂ log ਗ੍ਰਾਫ ਬਣਾਵਾਂ, ਠੀਕ ਹੈ ਨਾ, ਦੋਨੋਂ ਸਾਈਡ log ਲਵਾਂ, ਤਾਂ ਮੇਰੇ ਕੋਲ ਸਟ੍ਰੇਟ ਲਾਈਨ ਕਿਚ ਮਿਲੂਗੀ? ਸਲੋਪ 1। ਸਟ੍ਰੇਟ ਲਾਈਨ ਸਾਨੂੰ ਕਿਚ ਮਿਲਦੀ ਹੁੰਦੀ? log ਵੀ ਛੱਡੋ, ਸਟ੍ਰੇਟ ਲਾਈਨ ਕਿਚ ਮਿਲੂਗੀ ਸਾਨੂੰ? ਇਹਨਾਂ ਚੋਂ ਕਿਹੜਾ ਫਲੂਇਡ ਹੈ ਜਿਹੜਾ ਸਟ੍ਰੇਟ ਲਾਈਨ ਹੁੰਦਾ? ਯੈਸ, ਨਿਊਟੋਨੀਅਨ ਫਲੂਇਡ, ਆਪਸ਼ਨ ਨੰਬਰ ਬੀ। चलो, a fluid whose viscosity decreases with increasing shear rate, ਜਿਹਦੀ ਵਿਸਕੋਸਿਟੀ ਘਟੂਗੀ ਵਿਦ ਇਨਕਰੀਜ਼ਿੰਗ ਸ਼ੀਅਰ ਰੇਟ, ਜਿੰਨਾ ਜ਼ਿਆਦਾ ਮੈਂ ਸ਼ੀਅਰ ਕਰਾਂਗਾ ਉਨੀ ਵਿਸਕੋਸਿਟੀ ਉਹਦੀ ਘਟ ਰਹੀ। ਆਪਾਂ ਹੁਣੀ ਦੇਖਿਆ ਸੀਗਾ ਮਿਲਕ ਕਿਹਦਾ ਐਗਜ਼ਾਮਪਲ ਸੀਗਾ? ਸੂਡੋ ਪਲਾਸਟਿਕ। ਇਹਦਾ ਸੂਡੋ ਪਲਾਸਟਿਕ ਦਾ। ਨੈਕਸਟ, a dilatant fluid is also called, dilatant ਨੂੰ ਕੀ ਕਹਾਂਗੇ? ਸ਼ੀਅਰ ਥਿਕਨਿੰਗ ਫਲੂਇਡ ਵੀ ਕਿਹਾ ਜਾਂਦਾ। ਜਿੰਨਾ ਜ਼ਿਆਦਾ ਸ਼ੀਅਰ ਕਰੋਗੇ ਉਨਾ ਜ਼ਿਆਦਾ ਉਹ ਥਿਕ ਹੋ ਜਾਊਗਾ, ਵਿਸਕਸ ਹੋ ਜਾਊਗਾ। Which of the following is a time independent non-Newtonian fluid? ਬਿੰਗਮ ਫਲੂਇਡ। ਕਿਉਂਕਿ ਦੇਖੋ ਇਹ ਜਿਹੜੇ ਦੋਨੋਂ ਹੈ, ਥਿਕਜ਼ੋਟ੍ਰੋਪਿਕ ਔਰ ਰੀਓਟ੍ਰੋਪਿਕ, ਇਹ ਕੀ ਹੈ? ਟਾਈਮ ਡਿਪੈਂਡੈਂਟ ਹੈ। ਥੀਸ ਆਰ ਟਾਈਮ ਡਿਪੈਂਡੈਂਟ। ਇਹ ਟਾਈਮ ਦੇ ਨਾਲ ਵਿਸਕੋਸਿਟੀ ਵੇਰੀ ਕਰਨਗੇ। Okay, try 20th. Viscosity of a fluid is affected by, ਆਪਾਂ ਰੀਜ਼ਨਸ ਪੜ੍ਹੇ ਸੀਗੇ ਵਿਸਕੋਸਿਟੀ ਦੇ, ਕਿਹੜੇ ਕਿਹੜੇ ਸੀਗੇ? ਟੈਂਪਰੇਚਰ ਸੀਗਾ, ਮੋਲੀਕੂਲਰ ਇੰਟਰੈਕਸ਼ਨ ਸੀਗੀ। ਜਿੰਨੀ ਜ਼ਿਆਦਾ ਸਟਰੋਂਗ ਮੋਲੀਕੂਲਰ ਅਟਰੈਕਸ਼ਨ ਹੋਗੀ, ਇੰਟਰੈਕਸ਼ਨ ਹੋਗੀ ਦੋ ਮੋਲੀਕੂਲਸ ਦੇ ਵਿੱਚ, ਉਨੀ ਵਿਸਕੋਸਿਟੀ ਜ਼ਿਆਦਾ ਸੀਗੀ। ਤਾਂ ਆਨਸਰ ਇਜ਼ ਆਪਸ਼ਨ ਨੰਬਰ ਸੀ। ਸੀ ਫॉर ਲਿਕੁਇਡਸ। ਜਦੋਂ ਆਪਾਂ ਲਿਕੁਇਡਸ ਦੀ ਗੱਲ ਕਰੀਏ ਤਾਂ ਲਿਕੁਇਡ ਦੇ ਵਿੱਚ ਜਿਹੜੀ ਵਿਸਕੋਸਿਟੀ ਹੈ ਉਹ ਬਹੁਤ ਘੱਟ ਇਫੈਕਟ ਹੋਊਗੀ ਪ੍ਰੈਸ਼ਰ ਦੇ ਨਾਲ, ਬਹੁਤ ਜ਼ਿਆਦਾ ਘੱਟ ਇਫੈਕਟ ਆਊਗਾ ਪ੍ਰੈਸ਼ਰ ਦੇ ਨਾਲ, ਠੀਕ ਹੈ ਨਾ। ਕਿਉਂਕਿ ਦੇਖੋ ਜਿਹੜੀ ਵਿਸਕੋਸਿਟੀ ਹੈ, ਜਿਹੜੇ ਫਲੂਇਡ ਆਪਾਂ ਲਿਕੁਇਡ ਦੀ ਗੱਲ ਕਰੀਏ, ਲਿਕੁਇਡ ਆਪਾਂ ਕੀ ਮੰਨਦੇ ਆ ਕਿ ਲਿਕੁਇਡ ਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ। ਆਪਾਂ ਕੀ ਮੰਨਦੇ ਆ? ਲਿਕੁਇਡ ਇਜ਼ ਅ ਇਨਕੰਪਰੈਸਿਬਲ ਫਲੂਇਡ। ਲਿਕੁਇਡ ਇਜ਼ ਅ ਇਨਕੰਪਰੈਸਿਬਲ ਫਲੂਇਡ। ਤੇ ਉਹਨਾਂ ਦੀ ਵਿਸਕੋਸਿਟੀ ਦੇ ਵਿੱਚ ਪ੍ਰੈਸ਼ਰ ਦੇ ਨਾਲ ਬਹੁਤ ਜ਼ਿਆਦਾ ਕੋਈ ਚੇਂਜ ਨਹੀਂ ਆਊਗਾ, ਬਹੁਤ ਹੀ ਸਲਾਈਟ ਫਰਕ ਆਊਗਾ। For liquids, viscosity is slightly affected by pressure unless under extreme condition। ਜਦੋਂ ਤੱਕ ਮੈਂ ਬਹੁਤ ਜ਼ਿਆਦਾ ਹੀ ਪ੍ਰੈਸ਼ਰ ਨਹੀਂ ਲਾ ਦਾਂਗਾ ਤਦ ਤੱਕ ਵਿਸਕੋਸਿਟੀ 'ਚ ਕੋਈ ਫਰਕ ਨਹੀਂ ਆਊਗਾ ਪ੍ਰੈਸ਼ਰ ਚੇਂਜ ਦੇ ਨਾਲ। 22nd, in liquids viscosity arises primarily due to, in liquids viscosity arises primarily due to, again repeated question, intermolecular cohesive forces। बिल्कुल। in gases molecular momentum exchange। Next question, why is high viscosity oil not preferred in automobile engines?
ਦੇਖੋ ਜਿੰਨੀ ਜ਼ਿਆਦਾ ਵਿਸਕੋਸਿਟੀ ਹੋਗੀ ਉਨੀ ਹੀ ਜ਼ਿਆਦਾ ਰੈਜ਼ਿਸਟੈਂਸ ਹੋਗੀ। ਹੁਣ ਦੋ ਪਾਰਟਸ ਨੇ ਮੂਵ ਕਰਨਾ ਹੈ, ਠੀਕ ਹੈ ਨਾ, ਯੂ ਆਰ ਸਪਲਾਈਂਗ ਸਮ એનર્ਜੀ, ਕੰਬਸ਼ਨ ਹੋ ਰਹੀ, ਤੁਹਾਡੇ ਕੋਲ એનર્ਜੀ ਆ ਰਹੀ, ਬਟ ਜੇ ਉਹ એનર્ਜੀ ਫਲੂਇਡ ਦੇ ਵਿੱਚ ਜਿਹੜੀ ਵਿਸਕੋਸਿਟੀ ਹੈ ਉਹਨੂੰ ਓਵਰਕਮ ਕਰਨੇ ਵਾਸਤੇ ਲੱਗ ਗਈ ਤਾਂ ਫਲੂਇਡ ਤੁਹਾਡਾ ਕੀ ਹੈ, ਫਿਊਲ ਤੁਹਾਡਾ ਜ਼ਿਆਦਾ ਲੱਗੂਗਾ। ਯੈਸ অর ਨੋ। ਆਪਾਂ ਕੀ ਚਾਹੁੰਦੇ ਹਾਂ ਕਿ ਜਿਹੜਾ ਫਲੂਇਡ ਹੈ, ਕੋਈ ਵੀ ਜਿਹੜਾ ਮੈਂ ਆਇਲ ਪਾ ਰਿਹਾ ਇੰਜਨ ਦੇ ਅੰਦਰ, ਇੰਜਨ ਆਇਲ ਪਾ ਰਿਹਾ, ਉਹਦੀ ਵਿਸਕੋਸਿਟੀ ਤੋਂ ਘੱਟ ਹੋਵੇ, ਤਾਂ ਕਿ ਜਿਹੜੇ ਪਾਰਟਸ ਹੈ ਉਹ ਆਸਾਨੀ ਨਾਲ ਇੱਕ ਦੂਸਰੇ ਦੇ ਨਾਲ ਮੂਵ ਕਰ ਸਕਣ। ਇਹ ਨਾ ਹੋਵੇ ਕਿ ਵਿਸਕੋਸਿਟੀ ਇੰਨੀ ਜ਼ਿਆਦਾ ਕਿ ਪਾਰਟੀਕਲ ਜਿਹੜੇ ਪਾਰਟਸ ਅੰਦਰ ਇੰਜਨ ਦੇ ਉਹ ਮੂਵ ਹੀ ਨਹੀਂ ਕਰ ਪਾ ਰਹੇ, ਤਾਂ ਫਿਊਲ ਸਾਡਾ ਬਹੁਤ ਜ਼ਿਆਦਾ ਬਰਨ ਹੋਊਗਾ। ਠੀਕ ਹੈ, ਇਸ ਕਰਕੇ ਆਪਾਂ ਹਾਈ ਵਿਸਕੋਸਿਟੀ ਆਇਲ ਨਹੀਂ ਪ੍ਰੈਫਰ ਕਰਦੇ, ਇਟ ਇਨਕਰੀजेस ਫਿਊਲ ਕੰਜ਼ੰਪਸ਼ਨ। क्लियर। आज के लेक्चर कोई भी डाउट? कोई डाउट्स है तो पूछो। नहीं हले कोई न्यूमेरिकल्स नहीं है, न्यूमेरिकल्स अगे जाके आने। ये तो जस्ट आज इंट्रोडक्शन है, ठीक है ना। ये तो क्वेश्चन एक्सपेक्ट करो कि बहुत घट चांसेस है, बट स्टिल आप स्टार्ट करना सीगा तो वी स्टार्टेड फ्रॉम बेसिक। ओके ग्रेट। चलो गाइस, सी यू गाइस टुमारो।